श्लोक उस्तत करें अनेक जन अंत न पारावार। इत्थे करह ਕਿਰਿਆਵਾਚੀ ਸ਼ਬਦ ਹੈ। ਕਿਰਿਆਵਾਚੀ ਹਾਹੇ ਦੇ ਨਾਲ ਜਦੋਂ ਵੀ ਅਖੀਰ ਵਿੱਚ ਸਿਹਾਰੀ ਆਉਂਦੀ ਹੈ ਤਾਂ ਉਹ ਆਮ ਕਰਕੇ ਬਹੁਵਚਨੀ ਸ਼ਬਦ ਹੁੰਦਾ ਹੈ। ਉਸ ਦਾ ਉਚਾਰਨ ਨਾਸਕੀ ਹੋਏਗਾ। ਕਰਹਿ ਉਸਤਤ ਕਰਹਿ ਅਨੇਕ ਜਨ, ਅਨੇਕਾਂ ਹੀ ਇਨਸਾਨ, ਅਨੇਕਾਂ ਹੀ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਨੇ, ਉਸਤਤ ਕਰਦੇ ਨੇ, ਵਡਿਆਈ ਕਰਦੇ ਨੇ। ਅੰਤ ਨਾ ਪਾਰਾਵਾਰ, ਪਰ ਉਹਨਾਂ ਗੁਣਾਂ ਦਾ ਹੱਦ ਬੰਨਾ ਨਹੀਂ ਲੱਭਦਾ। ਅਨੇਕਾਂ ਲੋਕ ਨੇ ਜੋ ਪ੍ਰਭੂ ਦੀ ਉਸਤਤ ਕਰ ਰਹੇ ਨੇ, ਗੁਣ ਗਾ ਰਹੇ ਨੇ, ਗੁਣਾਂ ਦਾ ਇਜ਼ਹਾਰ ਕਰ ਰਹੇ ਨੇ, ਉਹਦੀ ਰਚਨਾ ਬਾਰੇ, ਰੱਬ ਦੀਆਂ ਦਾਤਾਂ ਬਾਰੇ, ਜੀਵ ਜਨਤਾ ਬਾਰੇ ਅਨੇਕਾਂ ਐਂਗਲਸ ਤੋਂ ਲੋਕ ਵਿਚਾਰ ਕਰ ਰਹੇ ਨੇ, ਉਸਤਤ ਕਰ ਰਹੇ ਨੇ, ਵਡਿਆਈਆਂ ਕਰ ਰਹੇ ਨੇ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਸਦੇ ਗੁਣ ਅਨੰਤ ਨੇ। ਨਾਨਕ ਰਚਨਾ ਪ੍ਰਭ ਰਚੀ, ਇੱਥੇ ਨਾਨਕ ਤੇ ਥੋੜਾ ਜਿਹਾ ਵਿਸ਼ਰਾਮ ਲਗਾਣਾ ਹੈ। ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ। ਇੱਥੇ ਪ੍ਰਭ ਦੇ ਪੱਬੇ ਨਾਲ ਸਿਹਾਰੀ, ਜਿਸ ਦਾ ਮਤਲਬ ਪ੍ਰਭੂ ਨੇ। ਗੁਰੂ ਜੀ ਕਹਿੰਦੇ ਹਨ, ਹੇ ਨਾਨਕ, ਇਹ ਸਾਰੀ ਸ੍ਰਿਸ਼ਟੀ, ਸਾਰੀ ਰਚਨਾ ਪ੍ਰਭੂ ਨੇ ਬਣਾਈ ਹੈ ਔਰ ਕਈ ਢੰਗਾਂ ਦੀ ਬਣਾਈ ਹੈ, ਕਈ ਤਰੀਕਿਆਂ ਦੇ ਨਾਲ ਬਣਾਈ ਹੈ। ਯਾਨੀ ਅਨੇਕਾਂ ਨਿਯਮ ਨੇ ਇਸ ਸੰਸਾਰ ਵਿੱਚ। ਹਰ ਸ਼ੈ ਦਾ ਆਪਣਾ ਆਪਣਾ ਵੱਖਰਾ ਨੇਮ ਹੈ। ਅਨੇਕਾਂ ਕਿਸਮਾਂ ਦੀ ਹੈ, ਅਨੇਕਾਂ ਰੰਗਾਂ ਦੀ ਹੈ, ਅਨੇਕਾਂ ਢੰਗਾਂ ਦੀ ਹੈ। ਯਾਨੀ ਅਨੰਤ ਕਿਸਮ ਦੀ ਸ੍ਰਿਸ਼ਟੀ ਪ੍ਰਭੂ ਨੇ ਅਨੇਕਾਂ ਕਿਸਮਾਂ ਦੇ ਨਾਲ ਰਚੀ ਹੈ। ਹੁਣ ਸਮੁੱਚਾ ਭਾਵ ਜਿਹੜਾ ਹੈ ਇਸ ਅਸ਼ਟਪਦੀ ਦਾ, ਭਿੰਨ ਭਿੰਨ ਨਮੂਨੇ ਦੇ ਆਗੂ ਨੇ। ਦੇਖੋ, ਇਹ ਦੁਨੀਆ ਵਿੱਚ ਹਰ ਇੱਕ ਦੀ ਵਿਚਾਰ ਵੱਖਰੀ ਹੈ ਔਰ ਕਿਸੇ ਦੇ ਵਿਚਾਰ ਦੇ ਬਹੁਤ ਸਾਰੇ ਲੋਕ ਫੋਲੋਅਰ ਹੋ ਜਾਂਦੇ ਨੇ, ਉਹਨੂੰ ਫੋਲੋ ਕਰਦੇ ਨੇ। ਤੇ ਜੈਸੇ ਕਿਸੇ ਆਗੂ ਦੀ ਵਿਚਾਰ ਹੋਏਗੀ ਵੈਸੇ ਹੀ ਉਹਦੇ ਫੋਲੋਅਰ ਹੋ ਜਾਣਗੇ, ਕਿਉਂਕਿ ਉਸ ਵਿਚਾਰ ਨੂੰ ਅਪਣਾਉਣ ਵਾਲੇ ਲੋਕ ਪੈਦਾ ਹੋ ਜਾਂਦੇ ਨੇ। ਇਸ ਕਰਕੇ ਵੱਖਰੇ ਵੱਖਰੇ ਆਗੂ ਹੋਣ ਕਰਕੇ, ਵੱਖਰੇ ਵੱਖਰੇ ਵਿਚਾਰ ਹੋਣ ਕਰਕੇ ਜੋ ਪ੍ਰਭੂ ਨੂੰ ਮੰਨਣ ਵਾਲੇ ਨੇ ਉਹਨਾਂ ਦੀਆਂ ਵੀ ਵੰਡੀਆਂ ਪੈ ਜਾਂਦੀਆਂ ਨੇ, ਉਹਨਾਂ ਦੇ ਅੰਦਰ ਵੀ ਅਨੇਕਤਾ ਆ ਜਾਂਦੀ ਹੈ। ਤਾਂ ਜਿੰਨੇ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਹੈ, ਜਿੰਨੇ ਵਿਚਾਰਾਂ ਦੇ ਲੋਕ ਨੇ, ਉਸੇ ਤਰ੍ਹਾਂ ਦੇ ਲੋਕਾਂ ਦੇ ਕੁਝ ਧਾਰਮਿਕ ਤਰੀਕੇ ਵੀ ਬਣ ਗਏ ਨੇ, ਧਾਰਮਿਕ ਤੌਰ ਤਰੀਕੇ ਬਣ ਗਏ ਨੇ। ਉਹਨਾਂ ਨੂੰ ਲੋਕਾਂ ਨੇ ਧਰਮ ਸਮਝ ਲਿਆ ਹੈ ਔਰ ਉਹਨਾਂ ਮੁਤਾਬਕ ਉਹ ਜ਼ਿੰਦਗੀ ਜੀਵੀ ਜਾਂਦੇ ਨੇ, ਉਹ ਕਰਮ ਕਰੀ ਜਾਂਦੇ ਨੇ। ਗੁਰਦੇਵ ਪਾਤਸ਼ਾਹ ਇਸ ਪਾਵਨ ਸ਼ਬਦ ਅੰਦਰ ਉਸ ਅਨੇਕਤਾ ਦਾ ਬਿਆਨ ਕਰਦੇ। ਕਈ ਕੋਟ ਹੋਏ ਪੁਜਾਰੀ, ਇੱਥੇ ਕੋਟ ਦੇ ਟੈਂਕੇ ਨਾਲ ਹੈ ਸਿਹਾਰੀ। ਜਦੋਂ ਵੀ ਕੋਟ ਦੇ ਟੈਂਕੇ ਨਾਲ ਸਿਹਾਰੀ ਆਵੇ ਤਾਂ ਉਹਦਾ ਅਰਥ ਹੋਏਗਾ ਕਰੋੜਾਂ। ਜੇ ਕੋਟ ਦੇ ਟੈਂਕੇ ਦੇ ਥੱਲੇ ਔਂਕੜ ਆ ਜਾਏ ਤਾਂ ਉਹਦਾ ਅਰਥ ਹੋਏਗਾ ਇੱਕ ਕਿਲਾ। ਜਿਹੜੇ ਕਿਲੇ ਹੁੰਦੇ ਨੇ ਰਾਜਿਆਂ ਮਹਾਰਾਜਿਆਂ ਦੇ, ਇੱਕ ਕਿਲਾ। ਤੇ ਜੇ ਕੋਟ ਦਾ ਟੈਂਕਾ ਮੁਕਤਾ ਹੋਵੇ ਤਾਂ ਉਹਦਾ ਮੀਨਿੰਗ ਹੋਏਗਾ ਬਹੁਤੇ ਕਿਲੇ। ਕੋਟ ਦੇ ਟੈਂਕੇ ਨਾਲ ਸਿਹਾਰੀ ਹੋਏ ਤਾਂ ਫਿਰ ਇਹਦਾ ਅਰਥ ਹੋਏਗਾ ਕਰੋੜ। ਤਾਂ ਇੱਥੇ ਕੋਟ ਦਾ ਮਤਲਬ ਹੈ ਕਰੋੜਾਂ। ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿੱਚ ਕਈ ਕਰੋੜਾਂ ਪ੍ਰਾਣੀ ਪੁਜਾਰੀ ਨੇ, ਪੂਜਾ ਕਰ ਰਹੇ ਨੇ। ਉਹਨਾਂ ਨੂੰ ਐਸਾ ਵਿਚਾਰ ਮਿਲਿਆ ਹੈ ਕਿ ਉਹ ਰੱਬ ਦੀ ਮੂਰਤੀ ਬਣਾ ਕੇ, ਤਸਵੀਰ ਆਦਿਕ ਰੱਖ ਕੇ ਫੁੱਲ ਚੜਾ ਰਹੇ ਨੇ, ਪੱਤੀਆਂ ਚੜਾ ਰਹੇ ਨੇ, ਭੋਗ ਲਵਾ ਰਹੇ ਨੇ, ਰੱਬ ਨੂੰ ਇਸ਼ਨਾਨ ਕਰਾ ਰਹੇ ਨੇ, ਧੂਪ ਬੱਤੀਆਂ ਤੁਪਾ ਰਹੇ ਨੇ, ਜਾਂ ਹੋਰ ਕਈ ਕਿਸਮ ਦੀ ਪੂਜਾ ਲੋਕ ਕਰ ਰਹੇ ਨੇ। ਤਾਂ ਇੱਥੇ ਹੁਣ ਇਹ ਚੀਜ਼ ਸਮਝ ਲੈਣੀ, ਗੁਰੂ ਜੀ ਇੱਥੇ ਇਸ ਪੂਜਾ ਨੂੰ, ਗੁਰੂ ਜੀ ਦਾ ਇਹ ਵਿਚਾਰ ਨਹੀਂ ਹੈ ਕਿ ਪੂਜਾ ਕਰਨੀ ਚਾਹੀਦੀ ਹੈ ਜਾਂ ਪੁਜਾਰੀ ਹੋਣਾ ਚਾਹੀਦਾ। ਗੁਰੂ ਜੀ ਇੱਥੇ ਪੁਜਾਰੀਆਂ ਦੀ ਗੱਲ ਕਰ ਰਹੇ ਨੇ ਕਿ ਰੱਬ ਦੀ ਇਸ ਰਚਨਾ ਵਿੱਚ ਕਰੋੜਾਂ ਲੋਕ ਪੁਜਾਰੀ ਨੇ ਜੋ ਪੂਜਾ ਅਰਚਨਾ ਕਰਦੇ ਨੇ, ਜਿਨ੍ਹਾਂ ਨੇ ਆਪਣਾ ਜੀਵਨ ਦਾ ਤਰੀਕਾ ਇਸ ਢੰਗ ਦਾ ਬਣਾ ਲਿਆ। ਕਈ ਕੋਟ ਆਚਾਰ ਵਿਵਹਾਰੀ, ਕੋਟ ਦਾ ਮਤਲਬ ਕਰੋੜਾਂ। ਇੱਥੇ ਆਚਾਰ ਵਿਵਹਾਰੀ ਦਾ ਅਰਥ ਹੈ ਰਸਮੀ ਕਰਮ ਕਰਨ ਵਾਲੇ, ਕਰਮਕਾਂਡੀ।
ਸਿਰਫ ਰਸਮੀ ਤੌਰ ਤੇ ਕੋਈ ਕੰਮ ਕਰ ਲਿਆ, ਜਿਨ੍ਹਾਂ ਨੂੰ ਕਰਮ ਕਾਂਡ ਕਿਹਾ ਜਾਂਦਾ ਹੈ। ਰਸਮੀ ਪੂਜਾ, ਰਸਮੀ ਕੰਮ, ਸਿਰਫ ਇੱਕ ਰਸਮ ਨਿਭਾਉਣ ਵਾਸਤੇ, ਹੋਰ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਜਿਵੇਂ ਕਿਸੇ ਨੇ ਕਿਸੇ ਮੰਤਰ ਦਾ ਪਾਠ ਕਰਾ ਲਿਆ ਜਾਂ ਕਰ ਲਿਆ ਰਸਮੀ ਤੌਰ ਤੇ, ਪਰ ਉਸ ਪਾਠ ਵਿੱਚ, ਧਰਮ ਗ੍ਰੰਥ ਵਿੱਚ ਕੀ ਲਿਖਿਆ ਹੈ ਉਹਦੇ ਨਾਲ ਕੋਈ ਪਤਾ ਨਹੀਂ, ਨਾ ਉਹਦੇ ਤੇ ਕੋਈ ਅਮਲ ਹੈ, ਸਿਰਫ ਇੱਕ ਰਸਮ ਨਿਭਾ ਦਿੱਤੀ। ਜਿਵੇਂ ਇਹ ਸਰਾਧ ਚੱਲ ਰਹੇ ਸਨ, ਤਾਂ ਇੱਕ ਰਸਮ ਨਿਭਾ ਦਿੱਤੀ ਕਿ ਅਸੀਂ ਬ੍ਰਾਹਮਣ ਨੂੰ ਜਾਂ ਭਾਈ ਪੁਜਾਰੀਆਂ ਨੂੰ ਜਾਂ ਆਂਢੀਆਂ ਗੁਆਂਢੀਆਂ ਨੂੰ ਇਕੱਠਿਆਂ ਕਰਕੇ ਪ੍ਰਸ਼ਾਦਾ ਪਾਣੀ ਛਕਾਣਾ ਹੈ ਤੇ ਸਾਡੇ ਬਜ਼ੁਰਗਾਂ ਨੂੰ ਮਿਲ ਜਾਏਗਾ। ਇਹ ਇੱਕ ਰਸਮ ਹੈ, ਰਸਮੀ ਤੌਰ ਤੇ ਛਕਾ ਦਿੱਤਾ। ਲੇਕਿਨ ਉਹ ਮਿਲਿਆ ਜਾਂ ਨਹੀਂ ਮਿਲਿਆ, ਮਿਲੇਗਾ ਜਾਂ ਨਹੀਂ ਮਿਲੇਗਾ, ਇਹਦੀ ਅਸਲੀਅਤ ਕੀ ਹੈ, ਇਹਦੇ ਬਾਰੇ ਕੁਛ ਨਹੀਂ ਵਿਚਾਰਿਆ। ਰਸਮੀ ਤੌਰ ਤੇ ਕੋਈ ਵਰਤ ਰੱਖ ਲਿਆ, ਲੋਕ ਰੱਖ ਲਏ ਨੇ, ਮੈਂ ਵੀ ਰੱਖ ਲਿਆ, ਲੇਕਿਨ ਵਰਤ ਕਿਉਂ ਰੱਖ ਰਹੇ ਹਾਂ, ਉਹਦਾ ਲਾਭ ਨੁਕਸਾਨ, ਆਤਮਿਕ ਲਾਭ ਕੀ ਹੋਏਗਾ, ਇਹਦੇ ਬਾਰੇ ਕੋਈ ਵਿਚਾਰ ਨਹੀਂ। ਰਸਮੀ ਤੌਰ ਤੇ ਤੀਰਥਾਂ ਤੇ ਨਹਾਏ, ਪੁੰਨ ਦਾਨ ਕਰ ਲਿਆ ਜਾਂ ਹੋਰ ਬਹੁਤ ਕੁਛ, ਇਹਨੂੰ ਕਹਿੰਦੇ ਨੇ ਆਚਾਰ ਵਿਹਾਰੀ। ਯਾਨੀ ਕਰੋੜਾਂ ਹੀ ਲੋਕ ਇਸ ਦੁਨੀਆ ਦੇ ਵਿੱਚ ਕਰਮ ਕਾਂਡ ਕਰਨ ਵਾਲੇ ਨੇ, ਜੋ ਮਿਥੀਆਂ ਹੋਈਆਂ ਧਾਰਮਿਕ ਰਸਮਾਂ ਨੇ ਉਹਨਾਂ ਨੂੰ ਨਿਭਾ ਰਹੇ ਨੇ। ਐਸੇ ਵੀ ਕਰੋੜਾਂ ਲੋਕ ਨੇ। ਕਈ ਕੋਟ ਭੈ ਤੀਰਥ ਵਾਸੀ, ਵਾਸੀ ਦਾ ਮਤਲਬ ਵਸਣ ਵਾਲੇ। ਕਈ ਕਰੋੜਾਂ ਬੰਦੇ ਨੇ ਜਿਹੜੇ ਤੀਰਥਾਂ ਦੇ ਵਸਨੀਕ ਨੇ, ਯਾਨੀ ਉਹ ਤੀਰਥ ਯਾਤਰਾ ਨੂੰ, ਤੀਰਥ ਵਿੱਚ ਨਹਾਉਣ ਨੂੰ ਹੀ ਧਰਮ ਸਮਝਦੇ ਨੇ। ਉਹਨਾਂ ਦਾ ਖਿਆਲ ਹੈ ਕਿ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਮੁਕਤੀ ਹੋ ਜਾਏਗੀ। ਇਸੇ ਖਿਆਲ ਦੇ ਨਾਲ ਲੋਕ ਰਸਮੀ ਤੌਰ ਤੇ ਤੀਰਥਾਂ ਤੇ ਨਹਾ ਆਉਂਦੇ ਨੇ, ਪਰ ਆਪਣੇ ਜੀਵਨ ਨੂੰ ਨਹੀਂ ਬਦਲਦੇ, ਸੋਚ ਨਹੀਂ ਬਦਲਦੇ। ਉਸੇ ਤਰ੍ਹਾਂ ਗੁੱਸਾ, ਉਸੇ ਤਰ੍ਹਾਂ ਕ੍ਰੋਧ, ਉਵੇਂ ਹੀ ਲੋਭ ਲਾਲਚ, ਉਸੇ ਤਰ੍ਹਾਂ ਦਾ ਵਿਹਾਰ। ਰਸਮੀ ਤੌਰ ਤੇ ਗਏ, ਤੀਰਥ ਤੇ ਗਏ, ਇਸ਼ਨਾਨ ਕੀਤਾ, ਡੁਬਕੀ ਲਗਾਈ ਤੇ ਵਾਪਸ ਆ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਵੀ ਕੀਤਾ ਹੈ, ਕਹਿਣ ਲੱਗੇ ਪਾਪ ਕਰੇ ਪੰਚਾਂ ਕੇ ਬਸ ਰੇ। ਯਾਨੀ ਜੇ ਪੰਜ ਵਿਕਾਰ ਨੇ, ਇਹਨਾਂ ਦੇ ਅਧੀਨ ਬੰਦਾ ਪਾਪ ਕਰਦਾ ਹੈ। ਤੀਰਥ ਨਹਾਏ ਕਹੇ ਸਭ ਉਤਰੇ, ਤੇ ਤੀਰਥਾਂ ਤੇ ਨਹਾ ਕੇ ਆਪ ਹੀ ਸਮਝ ਲੈਂਦੇ ਨੇ ਕਿ ਮੇਰੇ ਹੁਣ ਪਾਪ ਲੈ ਗਏ ਨੇ। ਬਹੁ ਕਮਾਵੇਂ ਹੋਏ ਨਿਸੰਕ, ਫਿਰ ਝਾਕਾ ਲਾ ਕੇ ਪਾਪ ਕਰੀ ਜਾਂਦੇ ਨੇ। ਜੰਪੁਰ ਬਾਂਧ ਖਰੇ ਕਾਲੰਕ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਕਲੰਕਿਤ ਪੁਰਸ਼ਾਂ ਨੂੰ, ਜਿਹੜੇ ਜਮ ਨੇ, ਜੋ ਆਤਮਕ ਮੌਤ ਹੈ, ਉਹ ਆਪਣੇ ਅਧੀਨ ਰੱਖਦੀ ਹੈ, ਭਾਵ ਉਹ ਆਤਮਕ ਮੌਤ ਤੇ ਮਰ ਜਾਂਦੇ ਨੇ। ਇਸ ਖਿਆਲ ਅੰਦਰ ਕਾਸ਼ੀ ਦੇ ਅੰਦਰ ਇੱਕ ਆਰਾ ਲਗਾਇਆ ਗਿਆ ਸੀ, ਤੇ ਉੱਥੇ ਪੁਜਾਰੀਆਂ ਨੇ ਇਹ ਗੱਲ ਪ੍ਰਚਲਿਤ ਕਰ ਦਿੱਤੀ ਸੀ ਕਿ ਜੋ ਬੰਦਾ ਆਪਣਾ ਸਾਰਾ ਕੁਛ ਦਾਨ ਕਰਕੇ, ਧਨ ਦੌਲਤ ਵਗੈਰਾ ਵਗੈਰਾ, ਤੇ ਇਸ ਆਰੇ ਦੇ ਨਾਲ ਆਪਣੇ ਆਪ ਨੂੰ ਚਰਾ ਲਵੇਗਾ, ਉਹ ਸਿੱਧਾ ਸਵਰਗ ਨੂੰ ਜਾਏਗਾ। ਹੁਣ ਕਈ ਲੋਕਾਂ ਨੇ ਚਰਾ ਲਿਆ, ਕਿਉਂਕਿ ਪੁਜਾਰੀ ਨੇ ਪ੍ਰਚਾਰਿਆ, ਉਹਨਾਂ ਦੇ ਦਿਮਾਗ ਵਿੱਚ ਬਹਿ ਗਈ, ਉਹਨਾਂ ਨੇ ਆਪਣਾ ਆਪ ਚਰਾ ਲਿਆ। ਕਈਆਂ ਨੂੰ ਇਹ ਵਹਿਮ ਹੋ ਗਿਆ ਕਿ ਸ਼ਾਇਦ ਤੀਰਥ ਦੇ ਉੱਤੇ ਜੇ ਮੇਰੀ ਮੌਤ ਹੋ ਜਾਏ ਤੇ ਮੈਂ ਸਿੱਧਾ ਸਵਰਗ ਨੂੰ ਜਾਵਾਂਗਾ। ਕਈ ਤੀਰਥਾਂ ਵਿੱਚ ਆਤਮ ਹੱਤਿਆ ਕਰਦੇ। ਕਈਆਂ ਦਾ ਖਿਆਲ ਹੈ ਕਿ ਤੀਰਥ ਦੇ ਉੱਤੇ ਜੇ ਇੱਕ ਵਾਰ ਇਸ਼ਨਾਨ ਕਰਿਆ, ਇੱਕ ਵਾਰੀ ਯਾਤਰਾ ਕਰਨ ਦੇ ਨਾਲ ਮਹੱਤਵ ਮਿਲਦਾ ਹੈ, ਤੇ ਕਿਉਂ ਨਾ ਮੈਂ ਤੀਰਥ ਦੇ ਕਿਨਾਰੇ ਹੀ ਜਾ ਵਸਾਂ। ਉਹਨਾਂ ਨੇ ਵਸੇਬਾ ਹੀ ਤੀਰਥਾਂ ਦੇ ਕਿਨਾਰਿਆਂ ਤੇ ਬਣਾ ਲਿਆ। ਇਹ ਸਾਰਾ ਕੁਛ ਕੀ ਹੈ? ਰਸਮੀ ਤੌਰ ਤੇ। ਕਈ ਕੋਟ ਭੈ ਤੀਰਥ ਵਾਸੀ, ਕਰੋੜਾਂ ਹੀ ਲੋਕ ਨੇ ਜੋ ਤੀਰਥਾਂ ਤੇ ਵਸਦੇ ਨੇ, ਵਸਨੀਕ ਨੇ। ਕਈ ਕੋਟ ਬਨ ਭ੍ਰਮੈ ਉਦਾਸੀ, ਉਦਾਸੀ ਦਾ ਮਤਲਬ ਜਗਤ ਵੱਲੋਂ ਉਪਰਾਮ ਹੋ ਕੇ, ਸੰਸਾਰ ਦਾ ਤਿਆਗ ਕਰਕੇ, ਘਰ ਗ੍ਰਸਤੀ, ਪਰਿਵਾਰ ਸਾਰਾ ਕੁਝ ਛੱਡ ਕੇ ਤੇ ਜੰਗਲਾਂ ਦੇ ਵਿੱਚ ਭਟਕਦੇ ਫਿਰਦੇ ਨੇ। ਭ੍ਰਮੈ ਦਾ ਮਤਲਬ ਫਿਰਦੇ ਨੇ। ਕਈ ਕਰੋੜਾਂ ਨੇ ਜਗਤ ਵੱਲੋਂ ਉਪਰਾਮ ਹੋ ਕੇ, ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਵਿਚਰ ਰਹੇ ਨੇ। ਅਨੇਕਾਂ ਲੋਕ ਨੇ ਐਸੇ। ਹੁਣ ਜੇ ਸਾਰੇ ਲੋਕ ਘਰ-ਬਾਰ ਨੂੰ ਛੱਡ ਕੇ ਜੰਗਲਾਂ ਵਿੱਚ ਵਿਚਰਨ ਲੱਗ ਜਾਣ,
ਤਾਂ ਇਹ ਸੰਸਾਰ ਔਰ ਸਮਾਜ ਚੱਲ ਨਹੀਂ ਸਕਦਾ। ਉਹਨਾਂ ਦਾ ਖਿਆਲ ਹੈ ਕਿ ਜੰਗਲਾਂ ਵਿੱਚ ਵਿਚਰਿਆਂ, ਘਰ-ਬਾਰ ਨੂੰ ਛੱਡਿਆਂ ਸ਼ਾਇਦ ਰੱਬ ਮਿਲ ਜਾਏ, ਸ਼ਾਂਤੀ ਆ ਜਾਏ। ਪਰ ਗੁਰੂਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜਹਿ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਢੇ। ਜੰਗਲਾਂ ਵਿੱਚ ਫਿਰ ਰਹੇ ਨੇ, ਸਮਾਜ ਨੂੰ ਉਹਨਾਂ ਦੀ ਕੋਈ ਦੇਣ ਨਹੀਂ ਹੈ ਕਿ ਉਹਨਾਂ ਨੇ ਸਮਾਜ ਵਾਸਤੇ ਕੋਈ ਭਲਾ ਕੰਮ ਕੀਤਾ ਹੋਵੇ। ਫਿਰੀ ਜਾ ਰਹੇ ਨੇ, ਕਰੋੜਾਂ ਨੇ ਲੋਕ ਐਸੇ। ਕਈ ਕੋਟ वेद के स्रोते, ਕਰੋੜਾਂ ਜੀਵ ਐਸੇ ਨੇ ਜੋ ਵੇਦ ਸ਼ਾਸਤਰ ਧਰਮ ਗ੍ਰੰਥਾਂ ਨੂੰ ਸੁਣ ਰਹੇ ਨੇ, ਵੇਦ ਪਾਠ ਸੁਣ ਰਹੇ ਨੇ। ਉਹਨਾਂ ਦਾ ਨੇਮ ਹੈ ਕਿ ਉਹ ਸੁਣੀ ਜਾ ਰਹੇ ਨੇ, ਲੇਕਿਨ ਕੀ ਲਿਖਿਆ ਹੈ ਇਹਦੇ ਬਾਰੇ ਨਹੀਂ ਪਤਾ। ਸੁਣੀ ਜਾ ਰਹੇ ਨੇ, ਰਸਮੀ ਤੌਰ ਤੇ ਸੁਣ ਰਹੇ ਨੇ। ਔਰ ਆਮ ਧਰਮ ਦੀ ਦੁਨੀਆ ਵਿੱਚ ਬਹੁਤਾਤ ਗਿਣਤੀ ਦਾ ਹਾਲ ਇਹੀ ਹੈ। ਪੜ੍ਹਨ ਵਾਲਾ ਪੜ੍ਹੀ ਜਾ ਰਿਹਾ ਹੈ, ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਪੜ੍ਹ ਕੀ ਰਿਹਾ ਹਾਂ, ਵੇਦ ਸ਼ਾਸਤਰ ਵਿੱਚ ਕਿਹਾ ਕੀ ਜਾ ਰਿਹਾ ਹੈ, ਇਹਦਾ ਰਿਜ਼ਲਟ ਕੀ ਹੈ ਮੇਰੇ ਪੜ੍ਹਨ ਦਾ, ਕੀ ਮੈਂ ਇਹਦੇ ਤੇ ਅਮਲ ਕਰ ਰਿਹਾ ਕਿ ਨਹੀਂ ਕਰ ਰਿਹਾ। ਪਰ ਰਸਮੀ ਤੌਰ ਤੇ ਉਹ ਪੜ੍ਹੀ ਜਾ ਰਿਹਾ ਹੈ, ਸੁਣਨ ਵਾਲਾ ਰਸਮੀ ਤੌਰ ਤੇ ਸੁਣੀ ਜਾ ਰਿਹਾ ਹੈ। ਕਰੋੜਾਂ ਹੀ ਲੋਕ ਨੇ ਐਸੇ। ਕਈ ਕੋਟ ਤਪੀਸੁਰ ਹੋਤੇ, ਇਹਨੂੰ ਸੱਸੇ ਦੇ ਥੱਲੇ ਥੋੜਾ ਜਿਹਾ ਔਂਕੜ ਬੁਲਾਣਾ ਹੈ, ਤਪੀਸਰ ਨਹੀਂ ਪੜ੍ਹਨਾ, ਤਪੀਸੁਰ, ਥੋੜਾ ਜਿਹਾ ਔਂਕੜ ਦੀ ਆਵਾਜ਼ ਆਏਗੀ। ਕਈ ਕਰੋੜਾਂ ਨੇ ਜੋ ਵੱਡੇ ਵੱਡੇ ਤਪੀਏ ਬਣੇ ਹੋਏ ਨੇ। ਤਪੀ ਇੱਕ ਤਾਂ ਹੁੰਦਾ ਤਪੀ, ਦੂਜਾ ਹੁੰਦਾ ਤਪੀਸ਼ਰ, ਉਹਨਾਂ ਦਾ ਵੱਡਾ, ਜਿਹਨੇ ਤਪ ਸਾਧਨਾ ਦੇ ਵਿੱਚ ਮੁਹਾਰਤ ਹਾਸਲ ਕੀਤੀ ਹੈ। ਜਿਵੇਂ ਆਪਾਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ ਕਿ ਕਈ ਲੋਕ ਗਰਮੀਆਂ ਦੇ ਦਿਨਾਂ ਦੇ ਵਿੱਚ, ਮੈਂ ਬਾਬੇ ਕੁਛ ਵੇਖੇ ਨੇ ਜਿਹੜੇ 5-4 ਧੂਣੀਆਂ ਚਫੇਰੇ ਤਾ ਕੇ ਬਾਲ ਕੇ ਤੇ ਆਪ ਵਿੱਚ ਬਹਿ ਜਾਂਦੇ ਨੇ, ਤਨ ਨੂੰ ਦੁੱਖ ਦੇ ਰਹੇ ਨੇ। ਕਈ ਲੋਕ ਐਸੇ ਨੇ ਜੋ ਸਿਆਲ ਦੇ ਅੰਦਰ ਇੱਕ ਤਿੰਨਾਂ ਵਾਲੀ ਕੜਵੰਜੀ ਜੀ ਬਣਾ ਕੇ ਉੱਚੀ, ਤੇ ਉਹਦੇ ਉੱਤੇ ਘੜਾ ਰੱਖ ਕੇ ਘੜੇ ਵਿੱਚ ਨਿੱਕੀ ਜੀ ਮੋਰੀ ਕਰਕੇ ਸਿੱਧਾ ਸਿਰ ਦੇ ਵਿੱਚ ਪਾਣੀ ਦੀ ਧਾਰ ਪਾਉਂਦੇ ਨੇ, ਥੋੜਾ ਥੋੜਾ ਪਾਣੀ ਡਿੱਗਦਾ ਰਹਿੰਦਾ, ਤੇ ਸੇਵਕ ਉੱਤੋਂ ਪਾਣੀ ਹੋਰ ਪਾਈ ਜਾਂਦੇ ਨੇ। ਸਿਆਲ ਦੇ ਦਿਨਾਂ 'ਚ 100 ਘੜੇ ਪਾਣੀ ਨਾਲ ਇਸ਼ਨਾਨ ਕਰ ਰਹੇ ਨੇ। ਤਪ, ਕੋਈ ਉਲਟਾ ਲਟਕਿਆ ਹੋਇਆ ਹੈ ਔਰ ਕੋਈ ਪਾਣੀ ਵਿੱਚ ਖੜਾ ਹੈ। ਯਾਨੀ ਐਸੇ ਅਨੇਕਾਂ ਤਪ ਕਰਨ ਵਾਲੇ ਨੇ, ਕਰੋੜਾਂ ਲੋਕ ਨੇ, ਅਨੇਕਾਂ ਲੋਕ ਨੇ। ਜਦੋਂ ਦੀ ਇਹ ਦੁਨੀਆ ਬਣੀ ਹੈ, ਇਹ ਤਪ ਕਰ ਰਹੇ ਨੇ, ਤਨ ਨੂੰ ਦੁੱਖ ਦੇ ਰਹੇ ਨੇ। ਕਈ ਕੋਟ ਆਤਮ ਧਿਆਨ ਧਾਰੇ ਹੈ। ਆਤਮ ਦਾ ਮਤਲਬ ਮਨ ਵਿੱਚ, ਆਪਣੇ ਮਨ ਵਿੱਚ। ਧਿਆਨ ਧਾਰਿਆਂ ਦਾ ਮਤਲਬ ਸੁਰਤ ਜੋੜਦੇ ਨੇ। ਕਈ ਮਨੁੱਖ ਨੇ ਆਪਣੇ ਅੰਦਰ ਸੁਰਤ ਜੋੜਦੇ ਨੇ, ਜਿਹਨੂੰ ਅੱਜ ਕੱਲ ਮੈਡੀਟੇਸ਼ਨ ਕਿਹਾ ਜਾਂਦਾ ਹੈ, ਮੈਡੀਟੇਸ਼ਨ ਕਰਦੇ ਨੇ, ਲੇਕਿਨ ਰਸਮੀ ਕਰੀ ਜਾ ਰਹੇ ਨੇ, ਬੈਠੇ ਨੇ, ਜੀਵਨ ਦੇ ਵਿੱਚ ਕੋਈ ਬਦਲਾਵ ਨਹੀਂ ਆਇਆ, ਤਾਂ ਉਸ ਮੈਡੀਟੇਸ਼ਨ ਦਾ ਕੋਈ ਲਾਭ ਨਹੀਂ ਹੋਵੇਗਾ। ਜੇ ਜੀਵਨ ਦਾ ਕੋਈ ਵੱਡਾ ਉੱਚਾ ਗੋਲ ਨਹੀਂ, ਏਮ ਨਹੀਂ। ਲੇਕਿਨ ਕਰੋੜਾਂ ਲੋਕ ਨੇ ਜੋ ਆਪਣੀ ਸੁਰਤ ਜੋੜ ਰਹੇ ਨੇ, ਧਿਆਨ ਲਗਾ ਰਹੇ ਨੇ, ਯੋਗਾ ਕਰ ਰਹੇ ਨੇ, ਜਾਂ ਮੈਡੀਟੇਸ਼ਨ ਕਰ ਰਹੇ ਨੇ, ਅਨੇਕਾਂ ਲੋਕ ਨੇ। ਕਈ ਕੋਟ ਕਾਬ ਵਿਚਾਰੇ। ਕਾਬ ਦਾ ਮਤਲਬ ਹੈ ਕਵੀ, ਤੇ ਕਾਬ ਦਾ ਮਤਲਬ ਹੈ ਕਾਵਯ, ਕਵਿਤਾ। ਕਾਬ ਦਾ ਮਤਲਬ ਕਵੀਆਂ ਦੀਆਂ ਰਚਨਾਵਾਂ, ਕਵੀਆਂ ਦੀਆਂ ਕਵਿਤਾਵਾਂ। ਵਿਚਾਰਿਆਂ ਦਾ ਮਤਲਬ ਵਿਚਾਰਦੇ ਨੇ, ਵਿਚਾਰੇ। ਇਹਨੂੰ ਵਿਚਾਰੇ ਨਹੀਂ ਪੜ੍ਹਨਾ, ਬੱਬੇ ਨਾਲ ਬਿਹਾਰੀ ਲਾ ਕੇ ਵਿਚਾਰੇ। ਕਰੋੜਾਂ ਮਨੁੱਖ ਕਵੀਆਂ ਦੀਆਂ ਰਚਨਾ, ਕਵਿਤਾਵਾਂ ਦੀ ਵਿਚਾਰ ਕਰਦੇ ਨੇ। ਕਿਸੇ ਕਵੀ ਨੇ ਪੁਸਤਕ ਲਿਖ ਦਿੱਤੀ ਤੇ ਉਹ ਫਿਰ ਉਸ ਕਵਿਤਾ ਦੀ ਵਿਚਾਰ ਕਰ ਰਹੇ ਨੇ। ਬਹੁਤ ਸਾਰੇ ਲੋਕ ਨੇ ਕਵੀਆਂ ਦੀਆਂ ਪੁਸਤਕਾਂ ਉੱਤੇ PhD ਕਰਦੇ ਨੇ। ਬਹੁਤ ਸਾਰੇ ਲੋਕ ਕਿਸੇ ਦੀ ਰਚਨਾ ਦੇ ਉੱਤੇ ਖੋਜ ਕਰਦੇ ਨੇ, PhD ਕਰਦੇ ਨੇ, ਉਹਨਾਂ ਦੀਆਂ ਕਵਿਤਾਵਾਂ ਦੀ ਵਿਚਾਰ ਕਰ ਰਹੇ ਨੇ ਕਿ ਇਹਨੇ ਇਹ ਕਿਹਾ ਹੈ ਜਾਂ ਇਹ ਕਿਹਾ ਹੈ ਜਾਂ ਜੋ ਵੀ। ਕਰੋੜਾਂ ਲੋਕ ਨੇ ਜੋ ਕਵੀਆਂ ਦੀਆਂ ਰਚੀਆਂ ਹੋਈਆਂ ਰਚਨਾ ਦਾ ਵਿਚਾਰ ਕਰ ਰਹੇ ਨੇ। ਕਈ ਕੋਟ ਨਵਤਨ ਨਾਮ ਧਿਆਵੇ ਹੈ। ਨਵੇਂ ਨਵੇਂ ਨਾਮ
ਪੁਰਾਣਾਂ ਦੇ ਵਿੱਚ ਸ਼ੇਸ਼ ਨਾਗ ਨੂੰ ਮੰਨਿਆ ਹੈ। ਮੈਥੋਲੋਜੀ ਹੈ ਜੋ ਮੈਂ ਆਪ ਨੂੰ ਸੁਣਾਉਣ ਲੱਗਾ, ਲੇਕਿਨ ਪੁਰਾਣਾਂ ਵਿੱਚ ਇਹ ਚੀਜ਼ ਲਿਖੀ ਹੈ, ਕਹਾਣੀ ਲਿਖੀ ਹੈ ਜਾਂ ਉਹਨਾਂ ਦੀ ਮਨੌਤ ਹੈ ਆਪਣੀ, ਕਿ ਸ਼ੇਸ਼ ਨਾਗ ਹੈ ਜਿਹਦੀਆਂ 1000 ਫਣਾਂ ਨੇ ਤੇ ਉਹ 1000 ਜੀਵਾਂ ਦੇ ਨਾਲ, ਹਰ ਜੀਵ ਨਾਲ ਰੱਬ ਦਾ ਨਵਾਂ ਨਾਮ ਲੈਂਦਾ ਔਰ ਯੁਗਾਂ ਤੋਂ ਲਈ ਜਾ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕਰੋੜਾਂ ਲੋਕ ਐਸੇ ਨੇ ਜਿਹੜੇ ਨਵਾਂ ਨਵਾਂ ਨਾਮ ਰੱਬ ਦਾ ਲੈਂਦੇ ਨੇ, ਨਵਾਂ ਨਾਮ, ਹਰ ਰੋਜ਼ ਨਵਾਂ ਗੁਣ ਬਿਆਨ ਕਰਦੇ ਨੇ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਕਰਤੇ ਕਾ ਅੰਤ ਨਾ ਪਾਵੇ। ਇਹ ਨਾਨਕ, ਇਹ ਸਾਰੇ ਮਿਲ ਕੇ ਜਿਹੜੇ ਪਿੱਛੇ ਗਿਣੇ ਨੇ, ਕਵੀਆਂ ਦੀਆਂ ਕਵਿਤਾਵਾਂ ਵਿਚਾਰਨ ਵਾਲੇ, ਜਪੀ, ਤਪੀਸਵਰ, ਪੁਜਾਰੀ, ਨਵੇਂ ਨਾਮ ਲੈਣ ਵਾਲੇ, ਜਾਂ ਮਤਲਬ ਤੀਰਥਾਂ ਦੇ ਵਾਸੀ, ਜਿੰਨੇ ਵੀ ਇਹ ਗਿਣਤੀ ਕੀਤੀ ਨਾ, ਨਾਨਕ ਕਰਤੇ ਕਾ ਅੰਤ ਨਾ ਪਾਵੇ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਉਸ ਕਰਤੇ ਦਾ ਅੰਤ ਨਹੀਂ ਪਾਉਂਦੇ, ਅੰਤ ਨਹੀਂ ਪਾ ਸਕਦੇ, ਕਿਉਂਕਿ ਉਹ ਕਰਤਾ ਅਨੰਤ ਹੈ। ਐਸੇ ਕਰਮ ਕਰਨ ਦੇ ਨਾਲ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਔਰ ਐਸੇ ਕਰਮ ਕਰਨ ਦੇ ਨਾਲ ਕਈ ਵਾਰ ਮਾਨਸਿਕ ਸ਼ਾਂਤੀ ਔਰ ਸ਼ੁਭ ਗੁਣ ਵੀ ਅੰਦਰ ਨਹੀਂ ਆਉਂਦੇ। ਖੈਰ, ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਅਨੰਤ ਨੇ। ਜੇ ਸਾਰੇ ਮਿਲ ਕੇ ਵੀ ਅੰਤ ਪਾਣਾ ਚਾਹਣ ਤਾਂ ਨਹੀਂ ਪਾਇਆ ਜਾਂਦਾ। ਅਗਲਾ ਬਚਨ ਕਰਦੇ ਨੇ, ਕਈ ਕੋਟ ਭੈ ਅਭਿਮਾਨੀ। ਅਭਿਮਾਨੀ ਦਾ ਮਤਲਬ ਹੰਕਾਰੀ। ਇਸ ਦੁਨੀਆ ਵਿੱਚ, ਜਗਤ ਰਚਨਾ ਵਿੱਚ ਕਰੋੜਾਂ ਲੋਕ, ਅਨੇਕਾਂ ਲੋਕ ਐਸੇ ਨੇ ਜਿਹੜੇ ਅਹੰਕਾਰੀ ਨੇ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ, ਅਹੰਕਾਰ ਦੇ, ਈਗੋ ਦੇ ਦੋ ਰੂਪ ਨੇ, ਇੱਕ ਇਨਫੀਰੀਓਰਿਟੀ ਕੰਪਲੈਕਸ ਔਰ ਇੱਕ ਸੁਪਰੀਓਰਿਟੀ ਕੰਪਲੈਕਸ। ਇੱਥੇ ਸੁਪਰੀਓਰਿਟੀ ਕੰਪਲੈਕਸ ਦੀ ਗੱਲ ਕੀਤੀ। ਵੈਸੇ ਇਨਫੀਰੀਓਰਿਟੀ ਕੰਪਲੈਕਸ ਵੀ ਈਗੋ ਦਾ ਹੀ ਇੱਕ ਵਿਗੜਿਆ ਹੋਇਆ ਰੂਪ ਹੈ। ਉਹ ਆਪਣੇ ਬਾਰੇ ਇਹ ਬੋਲਦੇ ਨੇ, ਇਹ ਸੋਚਦੇ ਨੇ ਕਿ ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ, ਮੇਰੀ ਤਾਂ ਯਾਦਦਾਸ਼ਤ ਠੀਕ ਨਹੀਂ ਹੈ, ਮੇਰੇ ਵਿੱਚ ਤਾਕਤ ਨਹੀਂ ਹੈ, ਮੈਂ ਤਾਂ ਫੇਲ ਹੋ ਗਿਆ ਹਾਂ, ਮੈਂ ਜੀਵਨ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ, ਮੈਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ, ਲੋਕ ਅੱਗੇ ਲੰਘ ਗਏ ਨੇ, ਲੋਕ ਮੈਨੂੰ ਮਾੜਾ ਹੀ ਸਮਝਦੇ ਨੇ, ਮੈਨੂੰ ਤੇ ਕੋਈ ਚੰਗਾ ਹੀ ਨਹੀਂ ਸਮਝਦਾ, ਮੈਂ ਤਾਂ ਸਫਲ ਹੋ ਹੀ ਨਹੀਂ ਸਕਦਾ, ਰੱਬ ਇਸ ਗੱਲ ਨਾਲੋਂ ਤੂੰ ਚੁੱਕ ਹੀ ਲਵੇ ਤੇ ਚੰਗਾ ਹੈ। ਉਹ ਉਦਾਸ ਰਹਿੰਦੇ ਨੇ, ਉਹਨਾਂ ਦੇ ਅੰਦਰ ਹਮੇਸ਼ਾ ਨੈਗੇਟਿਵਿਟੀ ਰਹਿੰਦੀ ਹੈ। ਉਹ ਹਰ ਥਾਂ ਦੇ ਉੱਤੇ ਦੋਸ਼ ਖੋਜਦੇ ਨੇ, ਆਪਣੇ ਆਪ ਦੇ ਅੰਦਰ ਦੋਸ਼ ਖੋਜਦੇ ਨੇ। ਕਈ ਵਾਰ ਉਹਨਾਂ ਦੇ ਅੰਦਰ ਆਤਮ ਹੱਤਿਆ ਕਰਨ ਦੀ ਵਿਚਾਰ ਆਉਂਦੀ ਹੈ, ਤਾਂ ਇਹ ਇਨਫੀਰੀਓਰਿਟੀ ਕੰਪਲੈਕਸ ਹੈ। ਜੇ ਕਿਸੇ ਦੇ ਅੰਦਰ ਐਸੀਆਂ ਭਾਵਨਾਵਾਂ ਆਉਂਦੀਆਂ ਨੇ ਤਾਂ ਚਾਹੀਦਾ ਹੈ ਉਹਨੂੰ ਸਾਈਕੋਲੋਜਿਸਟ, ਸਾਈਕੈਟ੍ਰਿਕ ਨੂੰ ਦਿਖਾਇਆ ਜਾਏ, ਕਿਉਂਕਿ ਅੱਜ ਕੱਲ੍ਹ ਇਹਨਾਂ ਚੀਜ਼ਾਂ ਦੀ ਕਾਉਂਸਲਿੰਗ ਵੀ ਹੁੰਦੀ ਹੈ ਔਰ ਦਵਾਈਆਂ ਵੀ ਮਿਲ ਜਾਂਦੀਆਂ ਨੇ, ਤੇ ਬੰਦਾ ਇਸ ਚੀਜ਼ ਤੋਂ ਬਾਹਰ ਆ ਜਾਂਦਾ। ਦੂਜਾ ਹੈ ਸੁਪਰੀਓਰਿਟੀ ਕੰਪਲੈਕਸ। ਜਿਸ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੈ, ਉਹ ਕਹਿੰਦਾ ਕਿ ਜੋ ਕੁਝ ਹਾਂ ਮੈਂ ਹੀ ਹਾਂ, ਹੋਰ ਕੋਈ ਨਹੀਂ, ਮੈਂ ਸਭ ਤੋਂ ਵੱਡਾ ਹਾਂ, ਮੈਨੂੰ ਹੀ ਲੋਕ ਮਾਣ ਆਦਰ ਦੇਣ। ਜਿਹੜੇ ਅਹੰਕਾਰੀ ਹੁੰਦੇ ਨੇ, ਸੁਪਰੀਓਰਿਟੀ ਕੰਪਲੈਕਸ ਦੇ ਸ਼ਿਕਾਰ ਹੋ ਜਾਂਦੇ ਨੇ, ਜਾਂ ਜਿਨ੍ਹਾਂ ਦੇ ਅੰਦਰ ਪੈਰਾਨਾਇਡ ਪਰਸਨੈਲਿਟੀ ਡਿਸਆਰਡਰ ਆਦਿਕ ਆ ਜਾਂਦਾ ਹੈ ਈਗੋ ਕਰਕੇ, ਤਾਂ ਉਹਨਾਂ ਦੇ ਨਾਲ ਰਹਿਣਾ ਬੜਾ ਮੁਸ਼ਕਲ ਹੋ ਜਾਂਦਾ। ਉਹ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ। ਇਹ ਨਿਸ਼ਾਨੀ ਉਹਨਾਂ ਦੀ। ਉਹਨਾਂ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਹਿੰਦੇ ਨੇ ਜੋ ਕੁਝ ਮੈਂ ਕਹਿ ਰਿਹਾ ਇਹ ਹੀ ਠੀਕ ਹੈ, ਬਾਕੀ ਸਾਰਾ ਕੁਝ ਗਲਤ, ਬਾਕੀ ਸਾਰੇ ਗਲਤ ਨੇ, ਮੈਂ ਠੀਕ। ਉਹ ਆਪਣੀ ਰੋਗ ਨੂੰ ਮੰਨ ਕੇ ਰਾਜੀ ਨਹੀਂ ਹੁੰਦੇ, ਦੂਜਿਆਂ ਦੀਆਂ ਭਾਵਨਾਵਾਂ ਦਾ ਉਹ ਕਦਰ ਨਹੀਂ ਕਰਦੇ। ਨਿੱਕਾ ਜੀ ਗੱਲ ਤੋਂ ਲੜਨ ਮਰਨ ਵਾਸਤੇ ਉਹ ਤਿਆਰ ਹੋ ਜਾਂਦੇ ਨੇ। ਉਹ ਡਰਾਈਵਿੰਗ ਜਿਹੜੀ ਹੈ ਉਹ ਕਾਫੀ ਤੇਜ਼ ਕਰਨਗੇ ਔਰ ਆਪਣੇ ਆਪ ਨੂੰ ਉੱਚਾ ਔਰ ਸੁਪੀਰੀਅਰ ਸਮਝਣਗੇ। ਐਸੇ ਲੋਕਾਂ ਦਾ ਪਰਿਵਾਰਕ ਜੀਵਨ ਬੜਾ ਕਸ਼ਟਮਈ ਹੁੰਦਾ ਹੈ, ਤੇ ਐਸੇ ਲੋਕਾਂ ਦੇ ਨਾਲ ਰਹਿਣ ਵਾਲਿਆਂ ਨੂੰ ਵੀ ਬੜੀ ਔਖਿਆਈ ਹੁੰਦੀ ਹੈ, ਔਰ ਐਸੇ ਲੋਕਾਂ ਨੂੰ ਬਦਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਤਾਂ ਜੇ ਕਿਸੇ ਦੇ ਅੰਦਰ ਐਸੀਆਂ ਚੀਜ਼ਾਂ ਹੈ ਨੇ, ਪਰਸਨੈਲਿਟੀ ਡਿਸਆਰਡਰ, ਪੈਰਾਨਾਇਡ ਪਰਸਨੈਲਿਟੀ ਡਿਸਆਰਡਰ ਹੈ, ਜਾਂ ਕੋਈ ਸੁਪਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੈ, ਤਾਂ ਇਹਨਾਂ ਲੋਕਾਂ ਦੀ ਵੀ ਕਾਉਂਸਲਿੰਗ ਕੀਤੀ ਜਾ ਸਕਦੀ ਹੈ, ਦਵਾਈ ਵੀ ਦਿੱਤੀ ਜਾ ਸਕਦੀ ਹੈ, ਔਰ ਜੇ ਉਹਨਾਂ ਦਾ ਸਹਿਯੋਗ ਕੀਤਾ ਜਾਏ ਲੰਬੇ ਸਮੇਂ ਤੱਕ ਕਾਉਂਸਲਿੰਗ ਵਗੈਰਾ, ਤਾਂ ਉਹ ਠੀਕ ਹੋ ਸਕਦੇ ਨੇ। ਪਰ ਜੇ
ਬੰਦਾ ਗੁਰਬਾਣੀ ਦੇ ਨਾਲ ਜੁੜੇ ਤਾਂ ਫਿਰ ਇਹ ਚੀਜ਼ਾਂ ਆਉਂਦੀਆਂ ਹੀ ਨਹੀਂ। ਤੇ ਜੇ ਕਿਸੇ ਦੇ ਅੰਦਰ ਆ ਗਈਆਂ ਨੇ, ਤੇ ਜੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੇ, ਆਪ ਸਮਝੇ, ਉਹਨੂੰ ਪਿਆਰ ਨਾਲ ਸਮਝਾਇਆ ਜਾਏ, ਤਾਂ ਇਹ ਚੀਜ਼ਾਂ ਖਤਮ ਹੋ ਸਕਦੀਆਂ ਨੇ। ਇਹ ਇੱਕ ਵੱਖਰਾ ਟੌਪਿਕ ਹੈ। ਪਰ ਇੱਥੇ ਜੋ ਗੱਲ ਹੈ, ਕਈ ਕੋਟ ਪਏ ਅਭਿਮਾਨੀ, ਕਰੋੜਾਂ ਲੋਕ ਨੇ ਜੋ ਹੰਕਾਰੀ ਨੇ, ਜੋ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ, ਦੂਜਿਆਂ ਦੇ ਦੁੱਖ ਨੂੰ ਦੁੱਖ ਨਹੀਂ ਸਮਝਦੇ, ਦੂਜਿਆਂ ਨੂੰ ਨੀਵਾਂ ਵਿਖਾਉਂਦੇ ਨੇ। ਅਨੇਕਾਂ ਲੋਕ ਨੇ ਐਸੇ। ਕਈ ਕੋਟ ਅੰਧ ਅਗਿਆਨੀ, ਅੰਧ ਦਾ ਮਤਲਬ ਅੰਨੇ, ਅਗਿਆਨੀ ਦਾ ਮਤਲਬ ਜਾਹਿਲ, ਮੂੜ। ਅੰਧ ਅਗਿਆਨੀ ਦਾ ਮਤਲਬ ਮਹਾ ਅਗਿਆਨੀ, ਮਹਾ ਅਗਿਆਨੀ। ਕਰੋੜਾਂ ਹੀ ਲੋਕ ਐਸੇ ਨੇ ਜਿਹੜੇ ਪੁੱਜ ਕੇ ਜਾਹਿਲ ਨੇ, ਬੇਸਮਝ ਨੇ, ਕਮਲੇ ਨੇ, ਅਗਿਆਨਤਾ ਵਾਲੇ ਕਰਮ ਕਰੀ ਜਾ ਰਹੇ ਨੇ। ਔਰ ਇਹ ਚੀਜ਼ ਸਮਝਣ ਵਾਲੀ ਹੈ, ਅਗਿਆਨੀ ਬੰਦਾ ਜਿਹੜਾ ਬੇਸਮਝ ਹੈ, ਉਹ ਬੋਲਦਾ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਬੋਲ ਕੀ ਰਿਹਾ, ਕਿ ਮੇਰੇ ਬੋਲ ਯੂਨੀਵਰਸਲ ਟਰੁੱਥ ਦੇ ਉੱਤੇ ਪੂਰੇ ਉਤਰਦੇ ਨੇ, ਮੇਰੇ ਬੋਲਾਂ ਦਾ ਜੋ ਸਾਹਮਣੇ ਸੁਣਨ ਵਾਲੇ ਨੇ ਉਹਨਾਂ ਦੇ ਉੱਤੇ ਕੀ ਅਸਰ ਹੋਏਗਾ, ਮੇਰੇ ਬੋਲਾਂ ਦਾ ਰਿਐਕਸ਼ਨ ਕੀ ਹੋਏਗਾ, ਜੋ ਮੈਂ ਕਰਮ ਕਰ ਰਿਹਾ ਇਹਦਾ ਰਿਜ਼ਲਟ ਕੀ ਨਿਕਲੇਗਾ, ਜੋ ਮੈਂ ਖਾ ਰਿਹਾ ਇਹਦਾ ਰਿਜ਼ਲਟ ਕੀ ਨਿਕਲੇਗਾ, ਜੈਸਾ ਮੈਂ ਵਿਹਾਰ ਕਰ ਰਿਹਾ ਇਹਦਾ ਰਿਜ਼ਲਟ ਕੀ ਨਿਕਲੇਗਾ। ਜੇ ਠੀਕ ਇਹੀ ਵਿਹਾਰ ਮੈਂ ਦੂਜਿਆਂ ਦੇ ਨਾਲ ਕਰਾਂ, ਦੂਜੇ ਮੇਰੇ ਨਾਲ ਕਰਨ, ਜਿਹੋ ਜਿਹਾ ਵਿਹਾਰ ਮੈਂ ਦੂਜਿਆਂ ਨਾਲ ਕਰਨਾ, ਜੇ ਠੀਕ ਇਹੀ ਵਿਹਾਰ ਦੂਜੇ ਮੇਰੇ ਨਾਲ ਕਰਨ, ਤਾਂ ਮੈਨੂੰ ਕੈਸਾ ਫੀਲ ਹੋਏਗਾ। ਜਿਹੜੇ ਬੋਲ ਮੈਂ ਦੂਜਿਆਂ ਵਾਸਤੇ ਬੋਲਣਾ, ਜੇ ਠੀਕ ਉਹ ਬੋਲ ਮੇਰੇ ਵਾਸਤੇ ਬੋਲਣ, ਮੈਨੂੰ ਕੈਸਾ ਫੀਲ ਹੋਏਗਾ। ਐਸਾ ਬੰਦਾ ਸੋਚਦਾ ਨਹੀਂ, ਉਹਨੂੰ ਅਗਿਆਨੀ ਕਹਿੰਦੇ। ਗੁਰੂ ਜੀ ਕਹਿੰਦੇ ਨੇ ਅਨੇਕਾਂ ਲੋਕ ਇਸ ਦੁਨੀਆ ਵਿੱਚ ਅਗਿਆਨੀ ਨੇ, ਬੇਸਮਝ ਨੇ, ਜੋ ਬੇਸਮਝੀ ਵਾਲੇ ਕਰਮ ਕਰੀ ਜਾ ਰਹੇ ਨੇ, ਪਰ ਉਹਨਾਂ ਦੇ ਰਿਜ਼ਲਟ ਬਾਰੇ ਨਹੀਂ ਵਿਚਾਰਦੇ। ਜਿਵੇਂ ਆ ਜਿੰਨੇ ਵੀ ਧਰਮ ਦੇ ਨਾਮ ਦੇ ਉੱਤੇ ਕਰਮ ਕਾਂਡ ਨੇ, ਲੋਕ ਕਰੀ ਜਾ ਰਹੇ ਨੇ, ਪਰ ਉਹਦੀ ਹਕੀਕਤ ਨਹੀਂ ਵਿਚਾਰਦੇ ਕਿ ਇਹਦੀ ਹਕੀਕਤ ਕੀ ਹੈ, ਇਹਦੀ ਅਸਲੀਅਤ ਕੀ ਹੈ। ਜਿਵੇਂ ਕਿਸੇ ਨੇ ਕਹਿ ਦਿੱਤਾ ਜਾਂ ਸੁਣ ਲਿਆ, ਸਿਰਫ ਉਹਨੂੰ ਮੰਨ ਲਿਆ ਜਾਂਦਾ। ਕਈ ਕਰੋੜਾਂ ਹੀ ਐਸੇ ਨੇ। ਕਈ ਕੋਟ ਕਿਰਪਨ ਕਠੋਰ। ਕਿਰਪਨ ਦਾ ਮਤਲਬ ਕੰਜੂਸ, ਕਠੋਰ ਦਾ ਮਤਲਬ ਸਖਤ, ਕਠੋਰ ਦਾ ਮਤਲਬ ਕਾਠ ਵਰਗਾ, ਲੱਕੜ ਵਰਗਾ, ਸਖਤ। ਵੀ ਕਰੋੜਾਂ ਹੀ ਲੋਕ ਇਸ ਦੁਨੀਆ ਦੇ ਉੱਤੇ ਸ਼ੂਮ ਨੇ, ਕੰਜੂਸ ਨੇ, ਔਰ ਸਖਤ ਦਿਲ ਵੀ ਨੇ। ਕਈ ਸਖਤ ਦਿਲ ਨੇ, ਕੰਜੂਸ ਨੇ। ਹੁਣ ਦੇਖੋ, ਇੱਕ ਤਾਂ ਹੁੰਦਾ ਹੈ ਆਪਣੀ ਲਿਮਿਟ ਦੇਖ ਕੇ, ਰਜਾਈ ਵੇਖ ਕੇ, ਚਾਦਰ ਵੇਖ ਕੇ ਪੈਰ ਪਸਾਰਨੇ। ਜਿੰਨੀ ਮੇਰੀ ਇਨਕਮ ਹੈ, ਮੈਂ ਉਸ ਇਨਕਮ ਤੋਂ ਉੱਤੇ ਖਰਚ ਨਹੀਂ ਕਰ ਸਕਦਾ। ਜੇ ਮੈਂ ਆਪਣੀ ਇਨਕਮ ਤੋਂ ਜ਼ਿਆਦਾ ਖਰਚ ਕਰਾਂਗਾ ਤਾਂ ਮੈਂ ਕਰਜ਼ਾਈ ਹੋ ਜਾਵਾਂਗਾ, ਤੇ ਉਸ ਕਰਜ਼ੇ ਨੂੰ ਉਤਾਰਨਾ ਮੇਰੇ ਵਾਸਤੇ ਮੁਸ਼ਕਲ ਹੋਏਗਾ। ਫਿਰ ਉਹ ਕਰਜ਼ਾ ਮੰਗਣ ਵਾਲੇ ਮੇਰੇ ਕੋਲ ਆਉਣਗੇ, ਉਹਨਾਂ ਨੂੰ ਮੈਂ ਦੇ ਨਹੀਂ ਪਾਵਾਂਗਾ, ਨਮੋਸ਼ੀ ਹੋਏਗੀ, ਹੌਲੇ ਹੌਲੇ ਮੈਂ ਡਿਪਰੈਸ਼ਨ ਵਿੱਚ ਚਲਾ ਜਾਵਾਂ। ਆਪਣੇ ਇਨਕਮ ਦੇ ਹਿਸਾਬ ਦੇ ਨਾਲ ਬਜਟ ਬਣਾਉਣਾ, ਥੋੜੀ ਬਚਤ ਕਰਨੀ, ਇਹ ਕੰਜੂਸਪੁਣਾ ਨਹੀਂ, ਇਹ ਹੈ ਸਿਆਣਪ। ਇਹ ਸਿਆਣਪ। ਕੰਜੂਸਪੁਣਾ ਉਹਨੂੰ ਕਹਿੰਦੇ ਨੇ ਕਿ ਚੀਜ਼ ਆ ਤੇ ਰਹੀ ਹੈ, ਜਿਹੜੀ ਚੀਜ਼ ਆ ਗਈ ਬਸ ਉਹ ਹੁਣ ਪਈ ਰਹੇ, ਉਹਨੂੰ ਮੈਂ ਵਰਤਾਂ ਨਾ, ਹੋਰ ਆਈ ਜਾਣ ਤੇ ਉਹ ਜਮਾ ਹੋਈ ਜਾਣ। ਕਈ ਲੋਕ ਐਸੇ ਨੇ, ਸਮਾਜ ਵਿੱਚ ਮਿਲ ਜਾਂਦੇ ਨੇ ਐਸੇ ਬਹੁਤ ਸਾਰੇ ਲੋਕ, ਕਿ ਜਿਨ੍ਹਾਂ ਦੇ ਕੋਲ ਧਨ ਦੌਲਤ ਹੈ, ਪਰ ਉਹ ਚੱਜ ਦੇ ਕੱਪੜੇ ਨਹੀਂ ਪਾਉਂਦੇ। ਉਹਨਾਂ ਦੇ ਕੋਲ ਪੈਸਾ ਹੈ, ਪਰ ਚੱਜ ਦੀ ਰੋਟੀ ਨਹੀਂ ਖਾਂਦੇ। ਬਹੁਤ ਲੋਕ ਐਸੇ ਨੇ ਜਿਨ੍ਹਾਂ ਦੇ ਕੋਲ ਨਾ ਸਾਰੀ ਗੁੰਜਾਇਸ਼ ਹੈ। ਹੁਣ ਸਾਡੇ ਵਰਗੇ ਨੇ, ਸਾਨੂੰ ਤੇ ਗੁਰਦੁਆਰਾ ਸਾਹਿਬ ਤੋਂ ਲੰਗਰ ਛਕਣਾ ਹੀ ਪੈਣਾ। ਤੇ ਮੈਂ ਬਹੁਤ ਐਸੇ ਵੀਰਾਂ ਭੈਣਾਂ ਨੂੰ ਜਾਣਦਾ। ਦੇਖੋ, ਮੈਂ ਇਤਰਾਜ਼ ਨਹੀਂ ਕਰ ਰਿਹਾ, ਚੀਜ਼ ਨੂੰ ਥੋੜਾ ਜਿਹਾ ਸਮਝਣਾ। ਮੈਂ ਲੰਗਰ ਦੀ ਵਿਰੋਧਤਾ ਨਹੀਂ ਕਰਨ ਲੱਗਾ। ਬਹੁਤੇ ਲੋਕ ਐਸੇ ਨੇ, ਪੂਰੀ ਗੁੰਜਾਇਸ਼ ਹੈ, ਕੰਮ ਕਰਦੇ ਨੇ, ਕਮਾਉਂਦੇ ਨੇ, ਲੇਕਿਨ ਪ੍ਰਸ਼ਾਦਾ ਪਾਣੀ ਗੁਰਦੁਆਰੇ ਨਹੀਂ ਛਕਦੇ। ਲੰਗਰ ਛਕਣ ਦੀ ਭਾਵਨਾ ਕਰਕੇ ਨਹੀਂ, ਇਸ ਭਾਵਨਾ ਕਰਕੇ ਕਿ ਆਪਣਾ ਖਰਚਾ ਬਚ ਜਾਏਗਾ। ਦੇਖੋ, ਗੁਰਦੁਆਰਾ ਸਾਹਿਬ ਲੰਗਰ ਛਕਣਾ ਇੱਕ ਵੱਖਰੀ ਗੱਲ ਹੈ, ਪਰ ਇਸ ਭਾਵਨਾ ਦੇ ਨਾਲ ਕਿ ਆਪਣਾ ਬਚਾ ਲਵੇ, ਜਮਾ ਹੋਈ ਜਾਏ,
पहली गल। दूजी गल कि खाण पीण की गुंजाइश है लेकिन बंदा पौष्टिक आहार नहीं खा रहा, बीमार हो जाएगा पर खाएगा नहीं, किसी के भले वास्ते वो कुछ देवेगा नहीं, सारे का सारा जमा कर करके अखीर उहदे अपने काम भी नहीं होता। कुछ लोग ऐसे ने, कुछ लोग बड़े कठोर ने, उन्हां दा हिरदा पतीजदा ही नहीं, किसी नूं दुखी वेख के उन्हां दी हेल्प करने वास्ते बिल्कुल तैयार नहीं। वो कहेंगे अपने कर्मां दा फल भोगो, इहदे नाल एवें ही होनी चाहिए सी, मरदा है ते मरे, मैं की करां, मैं ठेका लिया। कई लोग बड़े कठोर ने। निक्कियां निक्कियां वीडियो वायरल होंदियां ना, एक दो बीबियां दियां वायरल हुईयां ने, किवें वो निक्के निक्के बच्चों नूं बुरी तरह कुट रही ने, एक दो बंदियां दियां हुईयां ने, निक्के निक्के बच्चों नूं किवें बुरी तरह कुट रहे हैं, इन्ने कठोर। एक बीबी की वायरल हुई सी वीडियो, जिहड़ी अपनी बीमार सस नूं बड़ा मारदी सी कि वो मंजे तो थल्ले सुटना, फिर उहदे पति ने किते कैमरा लगाया होना है ते वो वायरल हुई वीडियो। इन्नी कठोरता कि एक बजुर्ग माता जिहड़ी उठ बैठ नहीं सकती, उहनूं भी इन्ना दुखी कीता जावे। इन्ने कठोर लोग जो अपने बजुर्गों नूं छड्ड आए ने बिरध आश्रमां विच, देखो जिन्हां दा कोई नहीं, उन्हां दे ते उत्थे जाना मजबूरी भी है, हक भी है, पर जिन्हां दे वैल सैटल्ड बच्चे ने वो भी बिरध आश्रमां विच। कठोरता है ना, इस तो कठोरता होर की होएगी। वो कोई अजकल अपने बजुर्ग नूं मिलण गया सी बिरध आश्रम विच, मास्क बन्निया सी नक मूंह ते, ਤੇ ਜਿਹੜੇ ਬਿਰਧ ਆਸ਼ਰਮ ਦਾ ਅੱਗੇ ਸੇਵਾਦਾਰ ਸੀ ਉਹ ਕਹਿਣ ਲੱਗਾ ਵੀ ਸੱਜਣਾ ਕਿਵੇਂ ਆਇਆ, ਕਹਿੰਦਾ ਆਪਣੇ ਪਿਤਾ ਨੂੰ ਮਿਲਣਾ ਹੈ। ਕਹਿੰਦਾ ਯਾਰ ਤੈਨੂੰ ਤੇ ਸਾਰਾ ਮੂੰਹ ਢੱਕ ਕੇ ਆਉਣਾ ਚਾਹੀਦਾ ਸੀ, ਤੈਨੂੰ ਤੇ ਅੱਖਾਂ ਵੀ ਢੱਕ ਕੇ ਆਉਣੀਆਂ ਚਾਹੀਦੀਆਂ। ਸ਼ਰਮ ਵਾਲੀ ਗੱਲ ਹੈ ਨਾ, ਚੰਗਾ ਭਲਾ ਬੰਦਾ ਹੋਏ, ਇੰਨੀ ਕਠੋਰਤਾ, ਇੰਨੀ ਕਠੋਰਤਾ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟਾਂ, ਇੰਨੀ ਕਠੋਰਤਾ ਕਿ 80-90 ਹਜ਼ਾਰ ਤਨਖਾਹ ਲੈਣ ਵਾਲਾ ਬੰਦਾ ਤੇ 250-300 ਤਨਖਾਹ ਲੈਣ ਮਜ਼ਦੂਰੀ ਵਾਲੇ ਬੰਦੇ ਤੋਂ ਰਿਸ਼ਵਤ ਲਵੇ। कठोर ने ना इस दुनिया में। इन्नी कठोरता कि एटम बम सुट के लखां लोगों को बर्बाद कर देना, इन्नी कठोरता कि मजदूर नूं पूरी मजदूरी ना देनी, मजदूर दा हक किसी भी रूप दे विच खा जाना। करोड़ों लोग ने जिहड़े इन्ने कंजूस ने, इन्ने कठोर ने, ऐसी जिंदगी जी रहे ने, उन्हां दी विचार बन गई ऐसी। कई कोट अभिग आत्म निकोर, अभिग दा मतलब ना भिजन वाले, जिन्हां दा सुभाव बड़ा खुश्क, जिवें पत्थर नहीं पानी में सुट्टिए, 10 दिन प्यार है, महीना प्यार है, 6 महीने प्यार है, कड्डो थोड़ी देर बाद फिर सुक्का। अभिज नहीं भिजदा। ना भिजन वाले, अभिग दा मतलब खुश्क, निकोर दा मतलब कोरे रहन वाले, जिन्हां दे उत्ते कदे प्रेम रंग दा चढ़े ही ना। निकोर दा मतलब जिन्हां ते रंग ना चढ़े, रुखे, कोरे, बड़े रुखे। कई करोड़ों लोग अंदरों महा कोरे ने, किसी का दुख तक के भी नहीं पसीजते। याद रखना, किसी दुखी बंदे नूं दुखी वेख के जिस बंदे का हिरदा नहीं ना पसीजदा, वो बंदा अखवान दे हकदार नहीं। उहदे विच ते पत्थर विच कोई फर्क नहीं है। किसी के दुख नूं वेख के दुख ही नहीं आउंदा, किसी के दर्द नूं समझ के वो दर्द उहदा समझदा ही नहीं। मैं कैसी जिंदगी जी रहा, दूजा कैसी जिंदगी जी रहा है, कदे किसी के दुख दर्द नूं समझे ही नहीं। अभिग ने, कोरे ने, ना भिजन वाले ने, ना नरम होने वाले ने, ना हिरदा नरम हुंदा जिन्ना मर्जी तरले ले जाए, नहीं नहीं पसीजते, बिल्कुल कोरे, अभिग। करोड़ों लोग ने ऐसे जिहड़े ऐसी जिंदगी जी रहे हैं, इस दुनिया दे विच मौजूद ने, सानू समाज दे विच फेरे दिस जांदे ने, और कई बार असीं आप भी ऐसे हुंदे हैं। ये तो हर बंदे नूं अपना पता है भाई, मैनू अपना, तुहानू अपना, मैं तुहाडा जज नहीं हो सकता, तुसीं मेरे जज नहीं हो सकते, क्योंकि अपने अंदर की अवस्था नूं, सोच नूं, मैंटैलिटी नूं, मानसिकता नूं मैं जानना कि मैं अंदरों कैसा हाँ। तुहानू मेरी अंदर की सोच का नहीं पता, क्योंकि तुसीं अंतरजामी नहीं, ते तुहाडे अंदर की सोच का भाई मैनू नहीं पता, क्योंकि मैं अंतरजामी नहीं ना। तुहाडी सोच का तुहानू पता है। असीं गुरबाणी राही अपने आप नूं परख सकते हैं कि किते आप असीं तो नहीं खड़े थे।
कई कोट पर दरब को हिरें, हिरें का मतलब चुरांदे ने, पर दरब का मतलब पराया धन। करोड़ां बंदे दूजिਆਂ ਦਾ ਧਨ ਚੁਰਾਉਂਦੇ ਨੇ। ਹੁਣ ਧਨ ਚੁਰਾਉਣ ਦਾ ਮਤਲਬ ਇਹ ਨਹੀਂ ਕਿ ਚੋਰੀ ਹੀ ਕਰਨ ਜਾਂਦੇ ਨੇ। ਧਨ ਕਈ ਢੰਗਾਂ ਦੇ ਨਾਲ ਚੁਰਾਇਆ ਜਾਂਦਾ ਹੈ। ਬੇਗਾਨਾ ਹੱਕ ਖਾਣਾ, ਮਜ਼ਦੂਰ ਨੂੰ ਪੂਰੀ ਮਜ਼ਦੂਰੀ ਨਾ ਦੇਣੀ, ਇਹ ਵੀ ਤਾਂ ਚੋਰੀ ਹੈ ਨਾ। ਕਿਸੇ ਦਾ ਹੱਕ ਖਾ ਜਾਣਾ, ਰਿਸ਼ਵਤ ਲੈ ਲੈਣੀ, ਡੁਪਲੀਕੇਟ ਕੋਈ ਸ਼ੈ ਦੇ ਦੇਣੀ, 4 ਰੁਪਏ ਦੀ ਚੀਜ਼ 200 ਵਿੱਚ ਵੇਚ ਦੇਣੀ, ਇਹ ਪੁਰਾਣਾ ਜਿਹੜਾ ਹੈ ਪਰਾਇਆ ਧਨ ਚੁਰਾਉਣ ਦੀ ਗੱਲ ਹੀ ਹੈ ਨਾ। ਕਿਸੇ ਵੀ ਢੰਗ ਨਾਲ, ਨਜਾਇਜ਼ ਢੰਗ ਦੇ ਨਾਲ ਦੂਜੇ ਦਾ ਹੱਕ ਖਾਣਾ, ਇਹਨੂੰ ਕਹਿੰਦੇ ਨੇ ਪਰਾਇਆ ਧਨ ਚੁਰਾਉਣਾ। ਕਈ ਕਰੋੜਾਂ ਲੋਕ ਐਸੇ ਨੇ ਜੋ ਪਰਾਇਆ ਧਨ ਚੁਰਾ ਰਹੇ ਨੇ, ਪਰਾਏ ਹੱਕ ਖਾ ਰਹੇ ਨੇ, ਪਰਾਈ ਪ੍ਰੋਪਰਟੀ ਖਾ ਰਹੇ ਨੇ। ਕਈ ਕੋਟ ਪਰ ਦੁੱਖ ਨਾ ਕਰੇ। ਪਰ ਦੂਖਣਾ ਦਾ ਮਤਲਬ ਪਰਾਈ ਨਿੰਦਿਆ, ਦੂਖਣਾ ਦਾ ਮਤਲਬ ਹੁੰਦਾ ਨਿੰਦਿਆ। ਕਰੋੜਾਂ ਲੋਕ ਨੇ ਜੋ ਦੂਜਿਆਂ ਦੀ ਨਿੰਦਿਆ ਕਰਦੇ ਨੇ, ਸਾਰਾ ਦਿਨ ਸਾਰੀ ਜ਼ਿੰਦਗੀ ਨਿੰਦਿਆ ਕਰਦਿਆਂ ਹੀ ਲੰਘ ਜਾਂਦੀ ਹੈ। ਇਹ ਨਿੰਦਾ ਬਾਰੇ ਥੋੜਾ ਜਿਹਾ ਸਮਝ ਲੈਣਾ। ਕਈ ਵਾਰ ਅਸੀਂ ਸੱਚ ਬੋਲਣ ਨੂੰ ਵੀ ਨਿੰਦਿਆ ਕਹਿ ਦਿੰਦੇ ਹਾਂ ਕਿ ਸਾਨੂੰ ਕੀ ਲੋੜ ਹੈ ਨਿੰਦਿਆ ਕਰਨ ਦੀ। ਨਿੰਦਿਆ ਔਰ ਸੱਚਾਈ ਵਿੱਚ ਫਰਕ ਹੈ। ਨਿੰਦਿਆ ਤੋਂ ਬਚਣਾ ਹੈ ਤੇ ਸੱਚ ਬੋਲਣਾ ਹੈ। ਦੇਖੋ, ਨਿੰਦਾ, ਸੱਚ ਔਰ ਉਸਤਤ ਕੀ ਹੈ? 2 ਤੇ 2 ਕਿੰਨੇ ਹੁੰਦੇ ਨੇ ਜੀ? 4। 2 ਤੇ 2 4, ਇਹ ਸੱਚਾਈ ਹੈ। ਕਹਿਣਾ ਚਾਹੀਦਾ 2 ਤੇ 2 4। 2 ਤੇ 2 3 ਕਹਿਣਾ ਇਹ ਨਿੰਦਿਆ ਹੈ। 2 ਤੇ 2 3 ਨਹੀਂ ਨਾ ਹੁੰਦੇ। ਜੇ ਕੋਈ ਕਹੇ 2 ਤੇ 2 3, ਇਹ ਹੈ ਨਿੰਦਿਆ। ਤੇ 2 ਤੇ 2 5 ਹੁੰਦੇ ਨੇ, ਇਹ ਉਸਤਤ ਹੈ। 2 ਤੇ 2 4, ਇਹ ਸੱਚਾਈ ਹੈ। ਕਿਸੇ ਦੇ ਗੁਣਾਂ ਨੂੰ ਆਪਣੇ ਸਵਾਰਥ ਵਾਸਤੇ ਔਗਣ ਬਣਾ ਕੇ ਪੇਸ਼ ਕਰਨਾ, ਇਹ ਉਹਦੀ ਨਿੰਦਿਆ ਹੈ। ਆਪਣੇ ਸਵਾਰਥ ਵਾਸਤੇ ਜਾਂ ਈਰਖਾ ਵਸ ਕਿਸੇ ਦੇ ਗੁਣਾਂ ਨੂੰ ਵੀ ਔਗਣ ਬਣਾ ਕੇ ਪੇਸ਼ ਕਰਨਾ, ਇਹ ਹੈ ਨਿੰਦਿਆ। ਤੇ ਆਪਣੇ ਸਵਾਰਥ ਵਾਸਤੇ ਜਾਂ ਵੈਸੇ ਹੀ ਕਿਸੇ ਦੇ ਔਗਣਾਂ ਨੂੰ ਗੁਣ ਬਣਾ ਕੇ ਪੇਸ਼ ਕਰਨਾ, ਇਹ ਉਹਦੀ ਹੈ ਉਸਤਤ, ਜਿਹਨੂੰ ਅਸੀਂ ਚਾਪਲੂਸੀ ਕਹਿ ਦਿੰਦੇ ਹਾਂ। ਪਰ ਜੋ ਜੈਸਾ ਹੈ, ਸੱਚੀ ਭਾਵਨਾ ਦੇ ਨਾਲ ਉਹਨੂੰ ਵੈਸਾ ਹੀ ਪੇਸ਼ ਕਰਨਾ, ਇਹ ਸੱਚਾਈ ਹੈ। ਤਾਂ ਸੱਚ ਇੱਕ ਵੱਖਰੀ ਚੀਜ਼ ਹੈ, ਨਿੰਦਿਆ ਇੱਕ ਵੱਖਰੀ ਚੀਜ਼ ਹੈ, ਉਸਤਤ ਇੱਕ ਵੱਖਰੀ ਚੀਜ਼ ਹੈ। ਅਸੀਂ ਉਸਤਤ ਤੋਂ ਵੀ ਬਚਣਾ ਹੈ ਤੇ ਨਿੰਦਾ ਤੋਂ ਵੀ ਬਚਣਾ ਹੈ, ਸੱਚ ਬੋਲਣਾ ਹੈ। ਮੈਂ ਇੱਕ ਸ਼ਬਦ ਆਪ ਨਾਲ ਸਾਂਝਾ ਕਰਦੇ ਹਾਂ। ਅਸੀਂ ਜਦੋਂ ਆਨੰਦ ਕਾਰਜ ਹੁੰਦਾ, ਇੱਕ ਸ਼ਬਦ ਪੜ੍ਹਦੇ ਹਾਂ ਨਾ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਛ ਤਿਆਗੀ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਛ ਤਿਆਗੀ। ਹੱਬੇ ਸਾਖ ਕੁੜਾਵੇ ਡਿੱਠੇ, ਤੋਂ ਪੱਲੇ ਪੈਂਦੇ ਲੱਗ। ਆਮ ਕਰਕੇ ਕਹਿ ਦਿੱਤਾ ਜਾਂਦਾ ਜੀ ਪੱਲੇ ਦਾ ਸ਼ਬਦ ਪੜੋ। ਇਸ ਸ਼ਬਦ ਦਾ ਪੱਲੇ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤੇ ਜਦੋਂ ਰਹਿਤ ਮਰਿਆਦਾ ਪੜੋਗੇ ਨਾ, ਰਹਿਤ ਮਰਿਆਦਾ ਵਿੱਚ ਵੀ ਇਹ ਸ਼ਬਦ ਪੜਨ ਵਾਸਤੇ ਨਹੀਂ ਲਿਖਿਆ ਹੋਇਆ। ਮੇਰਾ ਮਤਲਬ ਇਹ ਨਹੀਂ ਕਿ ਨਾ ਪੜੋ, ਮੇਰਾ ਮਤਲਬ ਉਹ ਨਹੀਂ ਹੈ। ਮੇਰੇ ਭਾਵ ਨੂੰ ਸਮਝਣਾ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਛ ਤਿਆਗੀ। ਹੱਬੇ ਸਾਖ ਕੁੜਾਵੇ ਡਿੱਠੇ, ਤੋਂ ਪੱਲੇ ਪੈਂਦੇ ਲਾਗੀ। ਸ਼ਬਦ ਜਦੋਂ ਪੜਿਆ ਜਾਂਦਾ ਹੈ ਤੇ ਉਹਦਾ ਭਾਵ ਇਹ ਸਮਝਿਆ ਜਾਂਦਾ ਹੈ ਕਿ ਜਿਵੇਂ ਬੱਚੀ ਜਿਹਦਾ ਵਿਆਹ ਹੋ ਰਿਹਾ ਹੈ, ਉਹ ਆਪਣੇ ਪਤੀ ਨੂੰ ਕਹਿ ਰਹੀ ਹੋਵੇ ਕਿ ਮੈਂ ਸਾਰੇ ਸਾਖ ਝੂਠੇ ਵੇਖੇ ਨੇ ਤੇ ਸਾਰੇ ਝੂਠੇ ਸਾਖ ਛੱਡ ਕੇ ਮੈਂ ਤੇਰੇ ਪੱਲੇ ਲੱਗੀ ਹਾਂ। ਉਹਦਾ ਭਾਵ ਐਵੇਂ ਦਾ ਸਾਡੀ ਸਮਝ ਵਿੱਚ ਆਉਂਦਾ ਹੈ ਤੇ ਐਵੇਂ ਸਮਝਿਆ ਗਿਆ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ। ਹੁਣ ਦੇਖੋ, ਜੇ ਇਹਦਾ ਮਤਲਬ ਇਹ ਲਿਆ ਜਾਵੇ ਔਰ ਅਸੀਂ ਲੈਂਦੇ ਵੀ ਹਾਂ ਵੀ ਬਾਕੀ ਦੇ ਸਾਖ ਸਾਰੇ ਝੂਠੇ ਨੇ, ਪਤੀ ਦਾ ਸਾਖ ਸੱਚਾ ਹੈ। ਹੁਣ ਜੇ ਫਿਰ ਜਿਹੜੀ ਨੂੰਹ ਰਾਣੀ ਹੈ, ਘਰ ਜਾ ਕੇ ਆਪਣੇ ਸੱਸ ਸਹੁਰੇ ਨਾਲੋਂ ਭਾਂਡੇ ਵੱਖਰੇ ਕਰ ਲਏ, ਦਰਾਣੀਆਂ ਜਠਾਣੀਆਂ ਨਾਲ ਨਾ ਮਿਲੇ, ਨਨਾਨਾਂ ਨਾਲ ਨਾ ਮਿਲੇ, ਤੇ ਫਿਰ ਉਹਦਾ ਦੋਸ਼ ਤੇ ਨਹੀਂ ਨਾ, ਕਿਉਂਕਿ ਬਾਕੀ ਸਾਖ ਤੇ ਝੂਠੇ ਨੇ।
ਉਹ ਛੱਡ ਦਿੱਤੇ ਨੇ, ਉਹ ਪਤੀ ਦੇ ਲੜ ਲੱਗ ਗਈ, ਉਹ ਆਪਣੇ ਪਤੀ ਦੇ ਭਾਂਡੇ ਚੁੱਕ ਕੇ ਵੱਖਰੇ ਲੈ ਗਈ, ਫਿਰ ਦੋਸ਼ ਤੇ ਨਾ ਹੋਇਆ। ਇਹਦਾ ਭਾਵ ਇਹ ਨਹੀਂ ਹੈ। ਇਹਦਾ ਭਾਵ ਹੈ ਕਿ ਸਾਡੇ ਦੋ ਤਰ੍ਹਾਂ ਦੇ ਰਿਸ਼ਤੇ ਨੇ ਇਸ ਦੁਨੀਆ ਵਿੱਚ ਜੋ ਅਸੀਂ ਬਣਾਏ ਹੋਏ ਨੇ। ਇੱਕ ਰਿਸ਼ਤਾ ਹੈ ਉਸਤਤ ਦਾ, ਇੱਕ ਰਿਸ਼ਤਾ ਹੈ ਨਿੰਦਿਆ ਦਾ। ਇੱਕ ਵੀਰ ਦੀ ਮੈਂ ਨਿੰਦਿਆ ਕਰਦਾ ਹਾਂ, ਕੁਝ ਵੀਰਾਂ ਨੂੰ ਮੈਂ ਮਾੜਾ ਕਹਿਣਾ ਕਿ ਸਾਡਾ ਫਲਾਂ ਬੰਦਾ ਨਾ ਜੀ ਉਹ ਗਲਤ ਹੈ, ਉਹ ਫਲਾਣਾ ਗਲਤ, ਉਹਦੇ ਵਿੱਚ ਇਹ ਚੀਜ਼ਾਂ ਨੇ, ਉਹਦੇ ਗੁਣਾਂ ਨੂੰ ਵੀ ਮੈਂ ਔਗਣ ਬਣਾ ਕੇ ਪੇਸ਼ ਕਰਨਾ, ਉਹਦੇ ਨਾਲ ਤੇ ਮੇਰਾ ਨਿੰਦਿਆ ਦਾ ਰਿਸ਼ਤਾ ਬਣਿਆ। ਦੂਜਾ ਬੰਦਾ ਹੈ ਜਿਹਦੀ ਮੈਂ ਚਾਪਲੂਸੀ ਕਰਨਾ ਜੀ, ਉਹ ਬੰਦਾ ਬੜਾ ਚੰਗਾ ਹੈ, ਉਹਦੇ ਵਰਗਾ ਤੇ ਬੰਦਾ ਹੀ ਹੈ ਨਹੀਂ। ਕੁਝ ਲੋਕਾਂ ਦੇ ਨਾਲ ਅਸੀਂ ਨਿੰਦਿਆ ਵਾਲਾ, ਨਫ਼ਰਤ ਵਾਲਾ ਰਿਸ਼ਤਾ ਬਣਾਈ ਬੈਠੇ ਹਾਂ, ਤੇ ਕੁਝ ਲੋਕਾਂ ਦੇ ਨਾਲ ਅਸੀਂ ਉਸਤਤ ਵਾਲਾ ਰਿਸ਼ਤਾ ਬਣਾਈ ਬੈਠੇ ਹਾਂ। ਗੁਰੂ ਜੀ ਕਹਿੰਦੇ ਨੇ ਮੈਂ ਉਸਤਤ ਔਰ ਨਿੰਦਿਆ ਵਾਲੇ ਇਹ ਦੋਵੇਂ ਰਿਸ਼ਤੇ ਛੱਡ ਦਿੱਤੇ ਨੇ। ਨਾ ਮੈਂ ਕਿਸੇ ਦੀ ਨਿੰਦਿਆ ਕਰਨਾ, ਨਾ ਮੈਂ ਕਿਸੇ ਦੀ ਉਸਤਤ ਕਰਨਾ, ਮੈਂ ਸੱਚ ਦੇ ਨਾਲ ਜੁੜਿਆ ਹਾਂ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਛ ਤਿਆਗੀ। ਹੱਬੇ ਸਾਕ ਜਿਹੜੇ ਉਸਤਤ ਔਰ ਨਿੰਦਿਆ ਵਾਲੇ ਬਣਾਏ ਸਨ, ਕੁੜਾਵੇ ਡਿੱਠੇ ਮੈਂ ਝੂਠੇ ਵੇਖ ਲੈਣੇ ਕਿ ਕਿਸੇ ਦੀ ਨਿੰਦਿਆ ਕਰਨੀ ਐਵੇਂ ਬਕਵਾਸ ਸੀ ਤੇ ਕਿਸੇ ਦੀ ਐਵੇਂ ਚਾਪਲੂਸੀ ਕਰਨੀ ਵੀ ਬਕਵਾਸ ਸੀ। ਤੋ ਪੱਲੇ ਟੈਂਡੇ ਲੱਗੀ, ਤਾਂ ਮੈਂ ਤੇਰੇ ਪੱਲੇ ਲੱਗੀ ਹਾਂ, ਤਾਂ ਮੈਂ ਰੱਬ ਦੇ ਪੱਲੇ ਲੱਗੀ ਹਾਂ, ਤਾਂ ਮੇਰਾ ਰੱਬ ਦੇ ਨਾਲ ਮਿਲਾਪ ਹੋ ਗਿਆ, ਸੱਚ ਨਾਲ ਮਿਲਾਪ। ਪਰ ਗੁਰੂ ਜੀ ਕਹਿੰਦੇ ਨੇ ਕਈ ਕੋਟ ਪ੍ਰਦੂਖ ਨਾ ਕਰੇ, ਕਰੋੜਾਂ ਲੋਕ ਨੇ ਜੋ ਪਰਾਈ ਨਿੰਦਿਆ ਹੀ ਕਰੀ ਜਾਂਦੇ ਨੇ, ਦੋ ਤੇ ਦੋ ਤਿੰਨ ਨਹੀਂ ਕਹੀ ਜਾਂਦੇ। ਕਈ ਕੋਟ ਮਾਇਆ ਸ਼ਰਮ ਮਾਹੇ, ਇਹਨੂੰ ਸ਼ਰਮ ਨਹੀਂ ਪੜਨਾ, ਸ਼ਰਮ ਪੜਨਾ ਹੈ। ਸੱਸੇ ਦੇ ਪੈਰ ਥੱਲੇ ਅੱਧਾ ਰਾਰਾ ਹੈ। ਸ਼ਰਮ, ਸ਼ਰਮ ਦਾ ਮਤਲਬ ਹੈ ਉਦਮ। ਮਾਇਆ ਸ਼ਰਮ ਮਾਹੇ, ਮਾਇਆ ਇਕੱਠੀ ਕਰਨ ਦੇ ਉਦਮ ਵਿੱਚ। ਸ਼ਰਮ ਦਾ ਮਤਲਬ ਮਿਹਨਤ, ਉਦਮ। ਕਰੋੜਾਂ ਮਨੁੱਖ ਨੇ ਜੋ ਧਨ ਪਦਾਰਥ ਨੂੰ ਇਕੱਠਿਆਂ ਕਰਨ ਵਿੱਚ ਹੀ ਜੁਟੇ ਨੇ, ਇਕੱਠਾ ਕਰੀ ਜਾ ਰਹੇ ਨੇ। ਇਹਦਾ ਮਤਲਬ ਇਹ ਨਹੀਂ ਕਿ ਧਨ ਨਾ ਕਮਾਓ। ਦੇਖੋ ਪੈਸਾ ਸਾਡੀ ਲੋੜ ਹੈ, ਮੇਰੀ ਵੀ, ਤੁਹਾਡੀ ਵੀ, ਹਰ ਇੱਕ ਦੀ ਲੋੜ ਹੈ। ਰੋਟੀ, ਕੱਪੜਾ, ਮਕਾਨ ਇਹ ਸਾਡੀ ਜ਼ਰੂਰਤ ਹੈ। ਪਰ ਇਹ ਪੈਸਾ, ਰੋਟੀ, ਕੱਪੜਾ, ਮਕਾਨ ਜੋ ਵੀ ਹੈ, ਇਹ ਜ਼ਿੰਦਗੀ ਜੀਣ ਵਾਸਤੇ ਹੈ, ਜ਼ਿੰਦਗੀ ਇਹਨਾਂ ਵਾਸਤੇ ਨਹੀਂ। ਕਈ ਲੋਕਾਂ ਨੇ ਆਪਣੀ ਜ਼ਿੰਦਗੀ ਹੀ ਇਹਨਾਂ ਵਾਸਤੇ ਲਾ ਦਿੱਤੀ ਹੈ। ਬਾਕੀ ਸਾਰਾ ਕੁਝ ਭੁੱਲ ਗਏ ਨੇ, ਰਿਸ਼ਤੇ ਵੀ ਭੁੱਲ ਗਏ ਨੇ, ਇਨਸਾਨੀਅਤ ਵੀ ਭੁੱਲ ਗਏ ਨੇ, ਸੱਚ ਨੂੰ ਵੀ ਛੱਡ ਬੈਠੇ ਨੇ, ਦਇਆ ਵੀ ਉਹਨਾਂ ਦੇ ਅੰਦਰ ਨਹੀਂ ਹੈ, ਔਰ ਪਿਆਰ ਮੁਹੱਬਤ ਵੀ ਨਹੀਂ ਹੈ। ਕੇਵਲ ਪਦਾਰਥਾਂ ਦੇ ਵਿੱਚ ਖਚਤ ਹੋ ਗਏ। ਉਹਨਾਂ ਨੇ ਧਨ ਦੌਲਤ ਵਾਸਤੇ ਆਪਣਾ ਧਰਮ ਈਮਾਨ ਵੀ ਵੇਚ ਦਿੱਤਾ ਹੈ, ਜ਼ਮੀਰ ਵੀ ਮਾਰ ਲਈ ਹੈ, ਇਨਸਾਨੀਅਤ ਵੀ ਖਤਮ ਕਰ ਲਈ ਹੈ। ਕਰੋੜਾਂ ਲੋਕ ਐਸੇ ਨੇ, ਅਸੀਂ ਸਮਾਜ ਵਿੱਚ ਵੇਖ ਸਕਦੇ ਹਾਂ। ਹੋ ਸਕਦਾ ਹੈ ਮੇਰਾ ਆਪਣਾ ਇਹ ਹਾਲ ਹੋਵੇ, ਅਸੀਂ ਵੀ ਇਸ ਕੈਟੇਗਰੀ ਵਿੱਚ ਆ ਸਕਦੇ ਹਾਂ। ਤਾਂ ਕਈ ਲੋਕ ਨੇ, ਕਰੋੜਾਂ ਲੋਕ ਨੇ, ਜਿਨ੍ਹਾਂ ਨੇ ਮਾਇਆ ਨੂੰ ਹੀ, ਧਨ ਦੌਲਤ ਨੂੰ ਹੀ ਆਪਣੀ ਜ਼ਿੰਦਗੀ ਦਾ ਗੋਲ ਬਣਾ ਲਿਆ, ਔਰ ਇਹਦੇ ਵਿੱਚ ਹੀ ਖਚਤ ਨੇ। ਇਸ ਤੋਂ ਉੱਤੇ ਉਹ ਸੋਚਦੇ ਹੀ ਨਹੀਂ, ਇਨਸਾਨੀਅਤ ਉਹਨਾਂ ਦੇ ਅੰਦਰ ਕਦੇ ਵਿਚਾਰ ਹੀ ਨਹੀਂ ਆਉਂਦੀ। ਕਈ ਕੋਟ ਪਰਦੇਸ ਪ੍ਰਮਾਹੇ, ਪ੍ਰਮਾਹੇ ਦਾ ਮਤਲਬ ਭਟਕ ਰਹੇ ਨੇ। ਕਰੋੜਾਂ ਲੋਕ ਨੇ ਜੋ ਦੂਜੇ ਦੇਸ਼ਾਂ ਵਿੱਚ ਭਟਕ ਰਹੇ ਨੇ, ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ ਵਿੱਚ ਚਲੇ ਗਏ ਨੇ, ਇੱਕ ਦੇਸ਼ ਤੋਂ ਦੂਜੇ ਵਿੱਚ ਚਲੇ ਗਏ ਨੇ। ਜਿਵੇਂ ਅਸੀਂ ਇੰਡੀਆ ਛੱਡ ਕੇ ਇੰਗਲੈਂਡ ਆ ਗਏ, ਕਈ ਇੰਗਲੈਂਡ ਪੱਕੇ ਹੋ ਕੇ ਫਿਰ ਕੈਨੇਡਾ ਚਲੇ ਗਏ, ਕਈ ਕੈਨੇਡਾ ਤੋਂ ਅਮਰੀਕਾ ਚਲੇ ਗਏ, ਕੋਈ ਨਿਊਜ਼ੀਲੈਂਡ ਚਲਾ ਗਿਆ, ਇੱਕ ਦੇਸ਼ ਤੋਂ ਦੂਜੇ ਦੇਸ਼। ਕੁਛ ਤੇ ਐਸੇ ਨੇ ਪ੍ਰਵਾਸੀ ਹੋ ਗਏ ਨੇ। ਕੁਛ ਲੋਕ ਉਹ ਨੇ ਜਿਨ੍ਹਾਂ ਨੇ ਆਪਣੇ ਘਰ-ਬਾਰ ਨੂੰ ਛੱਡ ਦਿੱਤਾ ਹੈ ਤੇ ਉਹ ਜੰਗਲਾਂ ਵਿੱਚ ਭਟਕੀ ਜਾ ਰਹੇ ਨੇ, ਲੇਕਿਨ ਭਟਕ ਰਹੇ ਨੇ। ਦੇਖੋ ਦੇਸ਼ ਬਦਲਣ ਦੇ ਨਾਲ ਸਹੂਲਤਾਂ ਬਦਲ ਸਕਦੀਆਂ ਨੇ। ਇੰਡੀਆ ਵਿੱਚ ਜਿਹੜੀਆਂ ਸਹੂਲਤਾਂ ਨਹੀਂ ਸਨ, ਸਾਨੂੰ ਇੱਥੇ ਇੰਗਲੈਂਡ, ਕੈਨੇਡਾ, ਅਮਰੀਕਾ ਵਿੱਚ ਆਣ ਕੇ ਉਹ ਸਹੂਲਤਾਂ ਮਿਲ ਗਈਆਂ। ਹੁਣ ਇੰਡੀਆ ਹਾਲੇ ਵੀ ਕੱਟ ਲੱਗਦੇ ਨੇ। ਅਸੀਂ ਉੱਥੇ ਮੋਹਾਲੀ ਤਾਂ ਬੜਾ ਸੋਹਣਾ ਸ਼ਹਿਰ ਹੈ, ਪਰ ਫਿਰ ਵੀ 3-3, 4-4 ਘੰਟੇ ਦੇ ਕੱਟ ਲੱਗ ਜਾਂਦੇ ਨੇ ਬਿਜਲੀ ਦੇ, ਜਦੋਂ ਮਰਜ਼ੀ ਭੱਜ ਜਾਂਦੀ। ਕਈ ਵਾਰੀ 2-2, 3-3 ਦਿਨ ਪਾਣੀ ਹੀ ਨਹੀਂ ਆਉਂਦਾ। ਇੱਥੇ ਇਹ ਸਹੂਲਤਾਂ ਹੈ ਨੇ, ਬਿਜਲੀ ਪਾਣੀ ਦੀ ਕੋਈ ਸਮੱਸਿਆ ਨਹੀਂ। ਇੱਥੇ ਹਰ ਬੰਦੇ ਨੂੰ ਕੰਮ ਮਿਲ ਜਾਂਦਾ ਹੈ, ਕਾਰੋਬਾਰ ਦੇ ਸਾਧਨ ਇੱਥੇ ਹੈ ਨੇ। ਬੰਦਾ ਦਿਹਾੜੀ ਮਜ਼ਦੂਰੀ ਇੱਥੇ ਕਰੇ
ਤਾਂ ਉਹ ਚੰਗੀ ਰੋਟੀ ਖਾ ਸਕਦਾ ਹੈ, ਆਪਣਾ ਘਰ ਲੈ ਸਕਦਾ ਹੈ, ਰੋਟੀ ਖਾ ਸਕਦਾ ਹੈ ਚੰਗੀ। ਇੰਡੀਆ ਵਿੱਚ ਸਾਡੇ ਕੋਲੇ ਸਹੂਲਤਾਂ ਨਹੀਂ ਸਨ, ਇੱਥੇ ਸਹੂਲਤਾਂ ਮਿਲ ਗਈਆਂ, ਲੇਕਿਨ ਸਹੂਲਤਾਂ ਮਿਲਣ ਦੇ ਨਾਲ ਮੈਂਟੈਲਿਟੀ ਚੇਂਜ ਨਹੀਂ ਹੁੰਦੀ। ਦੇਸ਼ ਬਦਲਣ ਦੇ ਨਾਲ ਮੈਂਟੈਲਿਟੀ ਚੇਂਜ ਨਹੀਂ ਹੁੰਦੀ। ਦੇਸ਼ ਛੋੜ ਪਰਦੇਸਾਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਤੇ ਚੁੱਕਾ। ਕਿ ਜਿਹੜੇ ਕਾਮ ਕ੍ਰੋਧ ਸਨ, ਜਿਹੜੀ ਮੈਂਟੈਲਿਟੀ ਸੀ, ਜੋ ਮਾਨਸਿਕਤਾ ਸੀ, ਜੋ ਸੋਚ ਸੀ, ਉਹ ਤੇ ਨਾਲ ਹੀ ਆ ਗਈ। ਜੰਗਲ ਵਿੱਚ ਸੋਚ ਚਲੀ ਗਈ। ਇੰਗਲੈਂਡ ਤੋਂ ਕੈਨੇਡਾ ਚਲੇ ਗਏ, ਲੇਕਿਨ ਸੋਚ ਵੀ ਨਾਲ ਹੀ ਚਲੀ ਗਈ। ਕੈਨੇਡਾ ਤੋਂ ਅਮਰੀਕਾ ਚਲੇ ਗਏ, ਸੋਚ ਚਲੀ ਗਈ। ਇੰਡੀਆ ਚਲੇ ਗਏ, ਸੋਚ ਤੇ ਨਾਲ ਹੀ ਜਾ ਰਹੀ ਹੈ ਨਾ। ਗੱਲ ਤਾਂ ਸੋਚ ਬਦਲਣ ਦੀ ਸੀ, ਸੋਚ ਅੰਦਰ ਇਨਸਾਨੀਅਤ ਲਿਆਉਣ ਦੀ ਗੱਲ ਸੀ। ਜਿਨ੍ਹਾਂ ਦੇ ਅੰਦਰ ਇਨਸਾਨੀਅਤ ਹੈ, ਸੱਚ ਹੈ, ਉਹ ਇੰਗਲੈਂਡ, ਕੈਨੇਡਾ, ਅਮਰੀਕਾ ਵਿੱਚ ਵੀ ਸੁਖੀ ਸ਼ਾਂਤ ਨੇ, ਚੰਗੇ ਨੇ। ਉਹ ਇੰਡੀਆ, ਪਾਕਿਸਤਾਨ ਵਿੱਚ ਵੀ ਚੰਗੇ ਨੇ। ਤੇ ਜਿਨ੍ਹਾਂ ਦੀ ਸੋਚ ਨਹੀਂ ਬਦਲੀ, ਸਹੂਲਤਾਂ ਤਾਂ ਮਿਲ ਗਈਆਂ, ਲੇਕਿਨ ਚੰਗਿਆਈ ਤਾਂ ਨਹੀਂ ਆਈ। ਈਰਖਾ ਦਵੈਸ਼ ਉਸੇ ਤਰ੍ਹਾਂ। ਇੰਡੀਆ ਵਿੱਚ ਵੀ ਲੜਾਈ ਝਗੜਾ ਸੀ, ਇੱਥੇ ਵੀ। ਉੱਥੇ ਵੀ ਈਰਖਾ ਦਵੈਸ਼ ਸੀ, ਇੱਥੇ ਵੀ। ਉੱਥੇ ਵੀ ਚੁਗਲੀ ਨਿੰਦਾ ਸੀ, ਇੱਥੇ ਵੀ। ਕਈ ਕਰੋੜਾਂ ਲੋਕ ਪ੍ਰਦੇਸ਼ਾਂ ਵਿੱਚ ਭਟਕ ਰਹੇ ਨੇ। ਜਿਤ ਜਿਤ ਲਾਭੋ ਤਿਤ ਤਿਤ ਲਗਨਾ। हे ਪ੍ਰਭੂ, ਆਪਣੇ ਹੁਕਮ ਦੇ ਅੰਦਰ ਜਿੱਧਰ ਜਿੱਧਰ ਤੁਸੀਂ ਲਾ ਦਿੰਦੇ ਹੋ, ਉਧਰ ਉਧਰ ਜੀਵ ਲੱਗ ਜਾਂਦਾ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਇੱਥੇ ਸਾਨੂੰ ਭੁਲੇਖਾ ਪੈਂਦਾ ਹੈ। ਔਰ ਬੰਦਾ ਬੜਾ ਚਲਾਕ ਹੈ, ਬੰਦਾ ਬਹੁਤ ਚਲਾਕ ਹੈ, ਕਿਉਂਕਿ ਇਹਨੇ ਆਪਣੇ ਭੈਣਾਂ ਭਰਾਵਾਂ ਨਾਲ, ਸਮਾਜ ਨਾਲ ਚਲਾਕੀਆਂ ਕੀਤੀਆਂ ਨੇ। ਚਲਾਕੀਆਂ ਕਰਕੇ ਇਹਨੇ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦਾ ਯਤਨ ਕੀਤਾ ਹੈ। ਚਲਾਕੀਆਂ ਦੇ ਨਾਲ ਇਹ ਦੂਜੇ ਨੂੰ ਦੋਸ਼ ਦੇਣਾ ਚਾਹੁੰਦਾ ਹੈ, ਆਪ ਨਿਰਦੋਸ਼ ਹੋ ਜਾਂਦਾ ਹੈ। ਚਲਾਕੀਆਂ ਦੇ ਨਾਲ ਇਹ ਬੇਗਾਨਾ ਹੱਕ ਖਾ ਜਾਂਦਾ ਹੈ। ਚਲਾਕੀਆਂ ਦੇ ਨਾਲ ਇਹ ਅੱਗੇ ਵੱਧ ਜਾਂਦਾ ਹੈ, ਕਿਸੇ ਨੂੰ ਠਿੱਬੀ ਮਾਰ ਜਾਂਦਾ ਹੈ, ਆਪ ਅਗਾਂਹ ਲੰਘ ਜਾਂਦਾ ਹੈ। ਚਲਾਕੀਆਂ ਕਰਦਾ ਨਾ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਬੰਦੇ ਦੀ ਚਲਾਕੀ ਇਹ ਹੈ ਕਿ ਬੰਦਾ ਅੰਦਰੋਂ ਹੋਰ ਹੈ, ਬਾਹਰੋਂ ਹੋਰ ਹੈ। ਜੋ ਕੁਛ ਮੈਂ ਕਹਿ ਰਿਹਾ ਅੰਦਰੋਂ ਨਹੀਂ ਆ, ਤਾਂ ਚਲਾਕੀ ਹੋ ਗਈ। ਇੱਥੇ ਵੀ ਬੰਦਾ ਚਲਾਕੀ ਵਰਤਦਾ ਵੀ ਯਾਰ ਫਿਰ ਇਹਦਾ ਮਤਲਬ ਰੱਬ ਨੇ ਮੈਨੂੰ ਚੰਗੇ ਪਾਸੇ ਲਾਇਆ ਹੀ ਨਹੀਂ, ਮੈਂ ਤਾਂ ਨਹੀਂ ਲੱਗਾ, ਯਾਨੀ ਦੋਸ਼ ਰੱਬ ਦਾ ਹੈ। ਇੱਥੇ ਵੀ ਬੰਦਾ ਬਰੀ ਹੋ ਜਾਂਦਾ। ਹੁਣ ਜਿਤ ਲਾਵੋ ਦਾ ਮਤਲਬ ਕਿ ਜੈਸਾ ਹੁਕਮ ਹੈ ਨਾ ਰੱਬ ਦਾ, ਸਿਸਟਮ ਹੈ, ਜਿਹੜੇ ਸਿਸਟਮ ਨੂੰ ਫੋਲੋ ਕਰੋਗੇ ਉਧਰ ਹੀ ਲੱਗ ਜਾਓਗੇ। ਹੁਣ ਤੁਸੀਂ ਆਪਣੇ ਮਨ ਨੂੰ ਕਿੱਧਰ ਲਾਣਾ ਚਾਹੁੰਦੇ ਹੋ? ਰੱਬ ਅੰਦਰ ਬੈਠਾ ਨਾ, ਘਟ ਘਟ ਮੈਂ ਹਰ ਦੀ ਵਸੇ। ਮਨ ਤੁਹਾਡਾ ਹੈ, ਮਨ ਮੇਰਾ ਹੈ, ਤੇ ਇਸ ਮਨ ਨੂੰ ਕਿੱਧਰ ਲਾਣਾ ਚਾਹੁੰਦੇ ਹੋ? ਸੱਚ ਵੱਲ ਜਾਂ ਝੂਠ ਵੱਲ? ਤੁਹਾਡੀ ਮਰਜ਼ੀ ਹੈ। ਜਿੱਧਰ ਲੱਗਣਾ ਚਾਹੋਗੇ ਲੱਗ ਜਾਏਗਾ, ਰੱਬ ਉਧਰ ਹੀ ਲਾ ਦੇਗਾ। ਸਿਸਟਮ ਹੈ ਨਾ। ਤੁਸੀਂ ਵੁਲਿਚ ਬੈਠੇ ਹੋ ਤੇ ਵੁਲਿਚ ਤੋਂ ਤੁਸੀਂ ਗ੍ਰੇਵਜੈਂਡ ਵੱਲ ਨੂੰ ਕਾਰ ਚਲਾਓ ਤੇ ਗ੍ਰੇਵਜੈਂਡ ਵੱਲ ਨੂੰ ਚੱਲ ਪਵੇਗੀ। ਜੇ ਬਰਮਿੰਘਮ ਵੱਲ ਨੂੰ ਚਲਾਓ, ਬਰਮਿੰਘਮ ਵੱਲ ਨੂੰ ਚੱਲ ਜਾਏਗੀ। ਤੁਹਾਡੀ ਮਰਜ਼ੀ ਹੈ ਨਾ। ਕਾਰ ਤਾਂ ਕਾਰ ਹੈ, ਉਹਨੂੰ ਤੇ ਜਿੱਧਰ ਨੂੰ ਰੇਸ ਦਿਓਗੇ, ਸਟੀਅਰਿੰਗ ਮੋੜੋਗੇ, ਜਿਹੜੇ ਗੇਅਰ ਚਲਾਓਗੇ ਉਹਨੂੰ ਉਹਦੇ ਚੱਲੀ ਜਾਣਾ, ਉਧਰ ਨੂੰ ਚੱਲੀ ਜਾਣਾ, ਉਧਰ ਨੂੰ ਲੈ ਜਾਣਾ। ਉਹਦਾ ਕੋਈ ਲੈਣਾ ਦੇਣਾ ਨਹੀਂ ਕਿ ਤੁਸੀਂ ਗ੍ਰੇਵਜੈਂਡ ਜਾਣਾ ਚਾਹੁੰਦੇ ਹੋ ਕਿ ਬਰਮਿੰਘਮ। ਤੁਹਾਨੂੰ ਕਿੱਧਰ ਖਤਰਾ ਹੈ, ਕਿੱਧਰ ਖਤਰਾ ਨਹੀਂ, ਕਿੱਧਰ ਚੰਗਿਆਈ ਹੈ, ਕਿੱਧਰ ਬੁਰਾਈ ਨਹੀਂ, ਉਹਨੇ ਚੱਲੀ ਜਾਣਾ। ਮਨ ਹੈ ਤੁਹਾਡਾ। ਹੁਣ ਮਨ ਨੂੰ ਜੈਸਾ ਤੁਸੀਂ ਕਹੋਗੇ, ਸਿਸਟਮ ਹੈ, ਮਨ ਨੇ ਉਸੇ ਤਰ੍ਹਾਂ ਚੱਲ ਪੈਣਾ। ਤੁਹਾਡਾ ਜੀ ਕਰਦਾ ਝੂਠ ਬੋਲਣ ਤੇ, ਉਹਨੇ ਝੂਠ ਬੋਲੀ ਜਾਣਾ। ਜ਼ਬਾਨ ਹੈ ਵਿਚਾਰੀ, ਇਹਨੇ ਤੇ ਚੱਲਣਾ ਹੈ। ਚਾਹੇ ਝੂਠ ਬੋਲ ਲਓ, ਇਹਨੇ ਝੂਠ ਬੋਲ ਦੇਣਾ ਹੈ। ਸੱਚ ਬੋਲਣਾ ਚਾਹੁੰਦੇ ਹੋ, ਸੱਚ। ਤੇ ਫਿਰ ਉਹਦਾ ਰਿਜ਼ਲਟ ਜਿਹੜਾ ਹੈ ਹੁਕਮ ਦੇ ਵਿੱਚ ਮਿਲੇਗਾ। ਤਾਂ ਜਿਵੇਂ ਪ੍ਰਭੂ ਦਾ ਹੁਕਮ ਹੈ, ਉਸ ਸਿਸਟਮ ਦੇ ਅੰਦਰ ਇਹ ਜੀਵ ਚੱਲ ਰਹੇ ਨੇ। ਜਿੱਧਰ ਕਿਸੇ ਨੇ ਲਾ ਲਿਆ ਹੈ ਉਧਰ ਹੀ ਉਹ ਲੱਗ ਗਿਆ ਹੈ, ਵੈਸਾ ਹੀ ਉਹਦਾ ਸੁਭਾਅ ਬਣ ਗਿਆ ਹੈ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਆਪਣੀ ਰਚਨਾ ਬਾਰੇ ਪ੍ਰਭੂ ਆਪ ਜਾਣਦਾ ਹੈ ਕਿ ਕਦੋਂ ਉਹਨੇ ਰਚਨਾ ਰਚੀ, ਕਿਵੇਂ ਰਚੀ, ਕਿੱਡੀ ਵੱਡੀ ਰਚਨਾ ਹੈ, ਕਿਵੇਂ ਇਹ ਹੋਂਦ ਵਿੱਚ ਆਈ, ਕਿੱਡੀ ਵੱਡੀ ਹੈ, ਕਿੰਨਾ ਵੱਡਾ ਇਹ ਖਲਰਗਨ ਹੈ, ਕਿੰਨਾ ਪ੍ਰਭੂ ਦਾ ਆਪਣਾ ਵਿਸਥਾਰ ਹੈ, ਕਿੰਨਾ ਉਹਦਾ ਸਿਸਟਮ ਹੈ। ਇਹਦਾ ਅੰਤ ਨਹੀਂ ਪਾਇਆ ਜਾਂਦਾ। ਅਨੰਤ ਹੈ ਉਹ ਪ੍ਰਭੂ ਪਰਮਾਤਮਾ। ਤੇ ਅਖੀਰਲੇ ਬਚਨ, ਕਈ ਕੋਟ ਸਿੱਧ ਜਤੀ ਜੋਗੀ। ਇਸ ਦੁਨੀਆ ਵਿੱਚ ਸਿੱਧ ਦਾ ਮਤਲਬ ਪੁੱਗੇ ਹੋਏ ਯੋਗੀ। ਕਈ ਤੇ ਨੇ ਯੋਗ ਸਾਧਨਾ ਵਿੱਚ ਲੱਗੇ ਨੇ,
ਤੇ ਸਿੱਧ ਉਹਨੂੰ ਕਹਿੰਦੇ ਨੇ ਜਿਨ੍ਹਾਂ ਨੇ ਸਿੱਧੀ ਹਾਸਲ ਕਰ ਲਈ, ਸਫਲਤਾ ਹਾਸਲ ਕਰ ਲਈ, ਯੋਗ ਸਾਧਨਾ ਦੇ ਵਿੱਚ ਸਫਲ ਹੋ ਗਏ, ਉਹ ਮਾਸਟਰ ਹੋ ਗਿਆ ਉਹਦੇ ਵਿੱਚ, ਉਹਨੂੰ ਸਿੱਧ ਕਹਿੰਦੇ। ਜਤੀ ਦਾ ਮਤਲਬ ਕਾਮ ਨੂੰ ਵਸ ਕਰਨ ਦੇ ਜਿਹੜੇ ਯਤਨ ਵਿੱਚ ਲੱਗੇ ਨੇ। ਜੋਗੀ ਦਾ ਮਤਲਬ ਯੋਗਾ ਕਰਨ ਵਾਲੇ। ਇਸ ਦੁਨੀਆ ਵਿੱਚ ਕਈ ਲੋਕ ਜੋਗੀ ਨੇ, ਕਰੋੜਾਂ ਲੋਕ ਜਤੀ ਨੇ, ਔਰ ਕਰੋੜਾਂ ਹੀ ਸਿੱਧ ਨੇ, ਯਾਨੀ ਯੋਗਾ ਦੇ ਅੰਦਰ ਉਹਨਾਂ ਨੇ ਮਾਸਟਰੀ ਹਾਸਲ ਕਰ ਲਈ। ਕਰੋੜਾਂ ਲੋਕ ਨੇ ਜੋ ਇਹ ਕਰਮ ਕਰਦੇ। ਕਈ ਕੋਟ ਰਾਜੇ ਰਸ ਭੋਗੀ। ਰਸ ਭੋਗੀ ਦਾ ਮਤਲਬ ਐਸ਼ ਕਰਨ ਵਾਲੇ। ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਨੇ, ਜਿਹੜੇ ਮੌਜਾਂ ਹੀ ਮਾਣ ਰਹੇ ਨੇ, ਵਿਕਾਰ ਕਮਾ ਰਹੇ ਨੇ, ਪੈਸਾ ਬਹੁਤ ਹੈ, ਬਾਦਸ਼ਾਹ ਨੇ, ਜਾਂ ਅੱਜ ਦੇ ਹਿਸਾਬ ਵਿੱਚ ਉਹ MLA MP ਪ੍ਰਧਾਨ ਮੰਤਰੀ ਨੇ, ਜਾਂ ਕੋਈ ਵੀ ਪਦਵੀ ਹੈ। ਗੱਲ ਸਾਰਿਆਂ ਦੀ ਨਹੀਂ। ਅਨੇਕਾਂ ਐਸੇ ਕਰੋੜਾਂ ਲੋਕ ਨੇ ਜਿਹੜੇ ਮੌਜਾਂ ਹੀ ਮਾਣ ਰਹੇ ਨੇ, ਐਸ਼ੋ ਇਸ਼ਰਤੀ ਕਰ ਰਹੇ ਨੇ। ਇਤਿਹਾਸ ਪੜ੍ਹ ਕੇ ਦੇਖ ਲਓ ਕਿਵੇਂ ਰਾਜੇ ਪਾਪ ਕਮਾ ਰਹੇ ਸਨ, ਤੇ ਗੁਰਦੇਵ ਜੀ ਨੇ ਕਿਹਾ ਵੀ ਇਹ ਰਾਜੇ ਸ਼ੀਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਮੌਜਾਂ ਮਾਣੀ ਜਾ ਰਹੇ ਨੇ। ਕਈ ਕੋਟ ਪੰਖੀ ਸਰਪ ਉਪਾਏ। ਕਰੋੜਾਂ ਪੰਛੀ ਨੇ, ਸੱਪ ਨੇ, ਇਹ ਸ੍ਰਿਸ਼ਟੀ ਦੇ ਅੰਦਰ ਜੀਵ ਜਨਤਾ ਦਾ ਵੀ ਕੋਈ ਅੰਤ ਨਹੀਂ। ਕਈ ਕੋਟ ਪਾਥਰ ਬਿਰਖ ਨਿਪਜਾਏ। ਨਿਪਜਾਏ ਦਾ ਮਤਲਬ ਪੈਦਾ ਕੀਤੇ ਨੇ, ਰੁੱਖ ਬਿਰਖ। ਨਿਪਜਾਏ ਦਾ ਮਤਲਬ ਉਗਾਏ। ਕਰੋੜਾਂ ਹੀ ਪੱਥਰ ਨੇ, ਕਈ ਕਿਸਮ ਦੇ ਪੱਥਰ ਨੇ, ਅਨੇਕਾਂ ਇਸ ਦੁਨੀਆਂ ਦੇ ਵਿੱਚ ਰੁੱਖ ਨੇ। ਕਈ ਕੋਟ ਪਵਨ ਪਾਣੀ ਬੈਸੰਤਰ। ਅਨੇਕਾਂ ਕਿਸਮ ਦੀ ਅੱਗ ਹੈ, ਹਵਾ ਹੈ, ਪਾਣੀ ਹੈ। ਇਹਨਾਂ ਚੀਜ਼ਾਂ ਦਾ ਕੋਈ ਅੰਤ ਨਹੀਂ ਨਾ। ਕਿੰਨੀ ਅੱਗ ਹੈ, ਕਿੰਨੀ ਹਵਾ ਹੈ, ਕਿੰਨਾ ਪਾਣੀ ਹੈ, ਇਸ ਦੁਨੀਆ ਵਿੱਚ ਅੰਤ ਹੀ ਨਹੀਂ। ਨਿੱਕੀ ਦੀ ਤੀਲੀ ਦੇ ਅੰਦਰ ਇੰਨੀ ਅੱਗ ਸਮਾਈ ਹੋਈ ਹੈ ਕਿ ਸਾਰੀ ਦੁਨੀਆ ਨੂੰ ਗਾਲ ਕੇ ਰਾਖ ਕਰ ਦੇਵੇ, ਕਿਉਂਕਿ ਸਾਰੀ ਵਨਸਪਤੀ ਦੇ ਵਿੱਚ ਅੱਗ ਹੈ ਨਾ, ਅੰਦਰੋਂ ਹੀ ਬਲ ਪੈਣੀ। ਪਾਣੀ ਹੈ, ਪੌਣ ਹੈ। ਕਈ ਕੋਟ ਦੇਸ਼ ਭੂ ਮੰਡਲ। ਭੂ ਦਾ ਮਤਲਬ ਪ੍ਰਿਥਵੀ, ਮੰਡਲ ਦਾ ਮਤਲਬ ਦੇਸ਼। ਭੂ ਮੰਡਲ ਦਾ ਮਤਲਬ ਧਰਤੀ ਦੇ ਚੱਕਰ। ਕਰੋੜਾਂ ਦੇਸ਼ ਤੇ ਧਰਤੀਆਂ ਦੇ ਚੱਕਰ ਨੇ। ਅਨੇਕਾਂ ਦੇਸ਼ ਨੇ, ਅਨੇਕਾਂ ਧਰਤੀਆਂ ਨੇ, ਯਾਨੀ ਖੰਡ ਨੇ, ਟੁਕੜੇ ਨੇ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਅਨੰਤ ਆਕਾਸ਼ ਗੰਗਾਵਾਂ ਵਗੈਰਾ ਨੇ। ਕਈ ਕੋਟ ਸਸੀਅਰ ਸੂਰ ਨਖੇਤਰ। ਸਸੀਅਰ ਦਾ ਮਤਲਬ ਚੰਦਰਮਾ, ਸ਼ਸ਼ੀ। ਸੂਰ ਦਾ ਮਤਲਬ ਸੂਰਜ, ਤੇ ਨਖੇਤਰ ਦਾ ਮਤਲਬ ਤਾਰੇ। ਇਸ ਸ਼ਬਦ ਨੂੰ ਪੜਾਂਗੇ ਨਖੇਤਰ। ਇਹ ਅੱਧਾ ਯਈਆ ਹੈ ਖੱਖੇ ਦੇ ਥੱਲੇ। ਜਦੋਂ ਇਹਦਾ ਮੂੰਹ ਸੱਜੇ ਹੱਥ ਵਾਲੇ ਪਾਸੇ ਖੁੱਲਿਆ ਹੋਏ ਨਾ, ਉਦੋਂ ਇਹ ਯਈਆ ਹੋਏਗਾ, ਤੇ ਜਦੋਂ ਇਸ ਦਾ ਮੂੰਹ ਖੱਬੇ ਹੱਥ ਵੱਲ ਖੁੱਲਿਆ ਹੋਏ, ਉਦੋਂ ਇਹ ਅੱਧਾ ਹਾਹਾ ਹੁੰਦਾ ਹੈ। ਕਈਆਂ ਨੂੰ ਭੁਲੇਖਾ ਲੱਗ ਜਾਂਦਾ ਹੈ ਹਾਹੇ ਦਾ ਔਰ ਯਈਏ ਦਾ। ਮੈਂ ਤਾਂ ਬੋਲ ਰਿਹਾ, ਸੱਜੇ ਹੱਥ ਵਾਲੇ ਪਾਸੇ ਖੁੱਲਿਆ ਹੋਏ ਤਾਂ ਇਹ ਯਈਆ ਹੋਏਗਾ ਅੱਧਾ, ਖੱਬੇ ਹੱਥ ਵਾਲੇ ਪਾਸੇ ਖੁੱਲਿਆ ਹੋਏ ਇਹ ਅੱਧਾ ਹਾਹਾ ਹੋਏਗਾ। ਤੱਤੇ ਥੱਲੇ ਵੀ ਅੱਧਾ ਰਾਰਾ ਹੈ। ਨਖੇਤਰ ਹਿੰਦੀ ਦਾ ਸ਼ਬਦ ਹੈ ਨਕਸ਼ਤਰ। ਕਈ ਕਰੋੜਾਂ ਚੰਦਰਮਾ ਨੇ, ਸੂਰਜ ਨੇ, ਔਰ ਨਖੇਤਰ ਦਾ ਮਤਲਬ ਤਾਰੇ ਨੇ। ਕਈ ਕਰੋੜਾਂ ਹੀ ਸੂਰਜ ਨੇ, ਕਈ ਕਰੋੜਾਂ ਚੰਦਰਮਾ ਨੇ, ਤਾਰੇ ਨੇ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਕਰੋੜਾਂ ਦੇਵਤੇ ਨੇ, ਦਾਨਵ ਨੇ, ਰਾਖਸ਼ ਨੇ, ਜਿਨ੍ਹਾਂ ਦੇ ਸਿਰ ਤੇ ਛਤਰ ਨੇ। ਕਿਉਂਕਿ ਇਹ ਮਨੌਤਾਂ ਨੇ, ਦੇਵੀਆਂ ਦੇਵਤੇ। ਕਈ ਲੋਕ ਕਹਿੰਦੇ ਨੇ ਵੀ 33 ਕਰੋੜ ਨੇ। ਗੁਰੂ ਜੀ ਕਹਿੰਦੇ ਨੇ ਇਸ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਨੇ, ਕਰੋੜਾਂ ਨੇ। ਕੋਈ ਇੱਕ ਇੰਦਰ ਦੀ ਗੱਲ ਨਹੀਂ, ਇੱਥੇ ਕਰੋੜਾਂ ਬੱਦਲ ਨੇ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਪਰ ਗੁਰੂ ਜੀ ਕਹਿੰਦੇ ਨੇ ਸਗਲ ਸਮਗਰੀ ਆਪਣੇ ਸੂਤ ਧਾਰੈ। ਜੋ ਗੱਲ ਗੁਰੂ ਜੀ ਕਹਿਣਾ ਚਾਹੁੰਦੇ ਨੇ, ਕਿਉਂਕਿ ਲੋਕਾਂ ਦੀਆਂ ਵਿਚਾਰਾਂ ਨੇ ਨਾ ਕਿ ਇੰਨਾ ਕੁਛ ਹੈਗਾ, ਔਰ ਹੈ ਵੀ ਹੈ। ਆਪਣੇ ਸੂਤ ਧਾਰੇ ਦਾ ਮਤਲਬ ਆਪਣੇ ਸੂਤਰ ਦੇ ਵਿੱਚ ਪਰੋਇਆ ਹੋਇਆ ਹੈ। ਸਮਗਰੀ ਦਾ ਮਤਲਬ ਪਦਾਰਥ। ਜੋ ਵੀ ਜਗਤ ਦੀ ਰਚਨਾ ਹੈ, ਰੱਬ ਨੇ ਉਹਨੂੰ ਆਪਣੇ ਸੂਤਰ ਵਿੱਚ ਪਰੋਇਆ ਹੋਇਆ ਹੈ। ਸੂਤਰ ਦਾ ਮਤਲਬ ਧਾਗਾ। ਹੁਣ ਦੇਖੋ ਕੋਈ ਧਾਗਾ ਤੇ ਹੈ ਨਹੀਂ ਨਾ ਜਿਹਦੇ ਵਿੱਚ ਪਰੋਇਆ। ਇੱਥੇ ਧਾਗਾ ਜਾਂ ਸੂਤ ਦਾ ਮਤਲਬ ਹੈ ਹੁਕਮ, ਸਿਸਟਮ। ਸਾਰੇ ਜੀਵ ਜਨ ਜਿੰਨੇ ਵੀ ਅਸੀਂ ਪਿੱਛੇ ਗਿਣੇ ਨੇ, ਪੁਜਾਰੀ ਨੇ ਜਾਂ ਕੁਛ ਵੀ ਨੇ, ਜਾਂ ਸਗਲ ਸਮੱਗਰੀ ਹੈ, ਜਾਂ ਪਦਾਰਥ ਨੇ, ਜਾਂ
ਦੇਵੀ ਦੇਵਤੇ, ਜੋ ਵੀ ਦਿਸਦਾ ਅਣਦਿਸਦਾ ਜਗਤ ਹੈ, ਪ੍ਰਭੂ ਨੇ ਉਹਨੂੰ ਆਪਣੀ ਮਰਿਆਦਾ ਵਿੱਚ ਪਰੋ ਕੇ ਰੱਖਿਆ ਹੋਇਆ ਹੈ। ਹੁਕਮ ਅੰਦਰ, ਹੁਕਮ ਦਾ ਮਤਲਬ ਸਿਸਟਮ ਦੇ ਅੰਦਰ ਇਹ ਸਾਰਾ ਕੁਝ ਚੱਲ ਰਿਹਾ ਹੈ। ਸਾਰੀ ਕੁਝ ਨੂੰ ਆਪਣੇ ਸਿਸਟਮ ਵਿੱਚ ਰੱਖਿਆ ਹੈ। ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਜਿਸ ਜਿਸ ਭਾਵੈ ਦਾ ਮਤਲਬ ਜੋ ਜੋ ਜਿਸ ਜਿਸ ਨੂੰ ਰੱਬ ਪਾ ਜਾਂਦਾ ਹੈ, ਜਿਸ ਜਿਸ ਭਾਵੈ, ਜਿਹਨੂੰ ਰੱਬ ਪਾਉਂਦਾ ਹੈ, ਜੋ ਰੱਬ ਦੇ ਭਾਣੇ ਵਿੱਚ ਤੁਰਦਾ ਹੈ, ਤਿਸ ਤਿਸ ਨਿਸਤਾਰੈ, ਰੱਬ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ। ਜਾਂ ਜੋ ਜੋ ਰੱਬ ਨੂੰ ਪਾਉਂਦਾ ਹੈ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ। ਕੋਈ ਵੀ ਸ਼ਬਦ ਵਰਤ ਲਓ, ਜਿਹਨੂੰ ਰੱਬ ਪਾਉਂਦਾ ਹੈ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ, ਜਾਂ ਜੋ ਜੋ ਰੱਬ ਨੂੰ ਪਾਉਂਦਾ ਹੈ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ। ਦੋਵੇਂ ਇੰਟਰ ਰਿਲੇਟਿਡ ਸ਼ਬਦ ਨੇ, ਕਿਉਂਕਿ ਪਾਏਗਾ ਕੌਣ? ਜਿਹੜਾ ਭਾਣੇ ਵਿੱਚ ਤੁਰੇਗਾ। ਰੱਬ ਨੂੰ ਉਹ ਚੰਗਾ ਲੱਗੇਗਾ ਜੋ ਭਾਣੇ ਵਿੱਚ ਤੁਰੇਗਾ। ਤਾਂ ਗੁਰੂ ਜੀ ਕਹਿੰਦੇ ਨੇ ਇਹਨਾਂ ਸਾਰਿਆਂ ਦੇ ਵਿੱਚੋਂ ਜਿੰਨੇ ਵੀ ਪੁਜਾਰੀ ਜਾਂ ਤੀਰਥਾਂ ਤੇ ਜਾਂ ਜੰਗਲਾਂ ਵਿੱਚ ਵਿਚਰਨ ਵਾਲੇ ਜਾਂ ਸਿੱਧ ਜਤੀ ਜੋਗੀ ਜਾਂ ਆਚਾਰ ਵਿਵਹਾਰੀ ਜਾਂ ਜਤੀ ਸਤੀ ਆਦਿਕ ਨੇ, ਇਹਨਾਂ ਸਾਰਿਆਂ ਦੇ ਵਿੱਚੋਂ ਤਰਦਾ ਉਹ ਹੈ ਜੋ ਰੱਬੀ ਰਜਾ ਦੇ ਅੰਦਰ ਤੁਰਦਾ ਹੈ। ਉਹ ਵਿਕਾਰਾਂ ਤੋਂ ਬਚ ਜਾਂਦਾ ਹੈ। ਉਹਦੀ ਜ਼ਿੰਦਗੀ ਦੇ ਅੰਦਰ ਪਾਪ ਵਿਕਾਰ ਨਹੀਂ ਹੁੰਦੇ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਉਹ ਔਗਣਾ ਤੋਂ ਬਚ ਜਾਂਦਾ ਹੈ, ਨੈਗੇਟਿਵਿਟੀ ਤੋਂ ਬਚ ਜਾਂਦਾ ਹੈ, ਉਹ ਇਨਫੀਰੀਓਰਿਟੀ ਕੰਪਲੈਕਸ ਤੋਂ ਬਚ ਜਾਂਦਾ ਹੈ, ਸੁਪਰੀਓਰਿਟੀ ਕੰਪਲੈਕਸ ਤੋਂ ਬਚ ਜਾਂਦਾ ਹੈ, ਵਿਕਾਰਾਂ ਤੋਂ ਬਚ ਜਾਂਦਾ ਹੈ, ਉਹ ਆਤਮਿਕ ਮੌਤੇ ਮਰਨ ਤੋਂ ਬਚ ਜਾਂਦਾ ਹੈ। ਕੌਣ? ਜੋ ਰੱਬ ਦੇ ਹੁਕਮ ਵਿੱਚ ਤੁਰਦਾ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤਾਂ ਇਹ ਪ੍ਰਭੂ ਦੀ ਸ੍ਰਿਸ਼ਟੀ ਹੈ, ਇਹਦੇ ਵਿੱਚ ਅਨੰਤਤਾ ਹੈ। ਹਰ ਇੱਕ ਦੀ ਆਪਣੀ ਆਪਣੀ ਵਿਚਾਰ ਹੈ, ਉਸ ਵਿਚਾਰ ਮੁਤਾਬਕ ਉਹ ਜ਼ਿੰਦਗੀ ਜੀ ਰਿਹਾ ਹੈ। ਜਿਸ ਵਿਚਾਰ ਕਰਨ ਵਾਲੇ ਨੂੰ ਲੋਕ ਫੋਲੋ ਕਰਦੇ ਨੇ, ਉਹੋ ਜਿਹੇ ਉਹਨਾਂ ਦੇ ਵਿਚਾਰ ਬਣ ਜਾਂਦੇ ਨੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਜੋ ਆਪਣੀ ਵਿਚਾਰ ਦੇ ਰਹੇ ਨੇ, ਧੰਨ ਗੁਰੂ ਅਰਜਨ ਪਾਤਸ਼ਾਹ ਜੀ, ਉਹ ਇਹ ਦੇ ਰਹੇ ਨੇ ਕਿ ਪਾਰ ਉਤਾਰਾ ਉਹਦਾ ਹੋਏਗਾ ਜੋ ਰੱਬੀ ਰਜਾ ਦੇ ਅੰਦਰ ਤੁਰੇਗਾ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਨਾਮ ਦਾ ਮਤਲਬ ਹੁਕਮ। ਸਾਰੇ ਸੁੱਖਾਂ ਦਾ ਜੋ ਮੂਲ ਹੈ ਉਹ ਹੈ ਹੁਕਮ। ਬੀਜ ਮੰਤਰ ਸਰਬ ਕੋ ਗਿਆਨ। ਬੀਜ ਮੰਤਰ ਦਾ ਮਤਲਬ ਸਾਰੇ ਗਿਆਨ ਦਾ ਮੂਲ ਰੱਬ ਦਾ ਹੁਕਮ ਹੈ। ਜੋ ਰੱਬੀ ਹੁਕਮ ਦੇ ਅੰਦਰ ਤੁਰੇਗਾ, ਰਜਾ ਭਾਣੇ ਵਿੱਚ ਤੁਰੇਗਾ, ਉਹਦਾ ਪਾਰ ਉਤਾਰਾ ਹੋ ਜਾਏਗਾ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ।